ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਜੀ ਆਇਆਂ ਨੂੰ, ਸਭ ਨੂੰ ਸਤਿ ਸ੍ਰੀ ਅਕਾਲ। ਸਰੋਤਿਓ, ਆਪਣੇ ਨਾਲ ਇਸ ਟਾਈਮ ਪ੍ਰੋਗਰਾਮ ਅਪਡੇਟ ਅਮਰੀਕਾ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ, ਘਰਾਂ ਦੇ ਵਿੱਚ ਰੇਡੀਓ ਸੈਟ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 20 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਅਤੇ ਸਰੋਤਿਓ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਹੜੇ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਇੰਸ਼ੋਰੈਂਸ ਦੇ ਪ੍ਰਤੀ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਲਈ, ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਆ। ਤੁਸੀਂ ਇੱਥੋਂ ਹੰਡਾਈ ਦੇ ਨਵੇਂ ਪੁਰਾਣੇ ਅਤੇ ਹੋਰ ਮੇਕ ਮਾਡਲ ਦੇ ਨਵੇਂ ਪੁਰਾਣੇ ਜਿਹੜੇ ਟ੍ਰੇਲਰਸ ਆ ਉਹ ਖਰੀਦ ਸਕਦੇ ਹੋ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909 786 8008 ਦੇ ਉੱਤੇ। ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਬੋਇੰਗ 737 ਮੈਕਸ 8 ਦੇ ਬਾਰੇ ਆ ਰਹੀ ਆ ਵੀ ਜਿਹੜਾ ਜਹਾਜ਼ ਇੰਡੋਨੇਸ਼ੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਕਰੈਸ਼ ਹੋ ਗਿਆ ਸੀ, ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਆ ਉਹ ਜਹਾਜ਼ ਨੂੰ ਸੇਮ ਪ੍ਰੋਬਲਮ ਆਈ ਸੀ ਅਤੇ ਉਸ ਪਲੇਨ ਦੇ ਵਿੱਚ ਫੋਰਚੂਨੇਟਲੀ ਕਹਿੰਦੇ ਪਈ ਇੱਕ ਹੋਰ ਪਾਇਲਟ ਜਿਹੜਾ ਬੈਠਾ ਸੀਗਾ ਅਤੇ ਉਹ ਪਾਇਲਟ ਜਿਹੜਾ ਆ ਅੰਦਰ ਜਾ ਕੇ ਉਸ ਨੇ ਫਿਰ ਜਿਹੜਾ ਆ ਉਸ ਪਲੇਨ ਨੂੰ ਬਚਾਇਆ। ਅਤੇ ਇਹ ਖਬਰ ਜਿਹੜੀ ਆ ਨਾ ਤਾਂ ਇੰਡੋਨੇਸ਼ੀਆ ਨੇ ਕਦੇ ਪਬਲਿਸ਼ ਕੀਤੀ ਅਤੇ ਨਾ ਹੀ ਜਿਹੜੀ ਆ ਹੋਰ ਜਿਹੜੀ ਇਹਨਾਂ ਦੀ ਇੱਕ ਰੇਟਿੰਗ ਏਜੰਸੀ ਹੁੰਦੀ ਆ ਉਹਦੇ ਉੱਤੇ ਆਈ। ਅਤੇ ਅੱਜ ਇਹ ਬਲੂਮਬਰਗ ਨਿਊਜ਼ ਜਿਹੜੀ ਆ ਉਹਨਾਂ ਵੱਲੋਂ ਇਹ ਰਿਪੋਰਟ ਪਬਲਿਸ਼ ਹੋਈ ਹੈਗੀ ਆ। ਬਿਲਕੁਲ, ਰਿਊਟਰਸ ਨੇ ਜਿਹੜੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ, ਕਹਿੰਦਾ ਜਿਹੜਾ ਲਾਇਨ ਏਅਰ ਫਲਾਈਟ 610 ਸੀਗੀ ਅਤੇ ਉਹ ਨੋਜ਼ ਡਾਈਵ ਇਸੇ ਤਰੀਕੇ ਦੇ ਨਾਲ ਜਿੱਦਾਂ ਦੋ ਪਹਿਲਾਂ ਪਲੇਨ ਕਰੈਸ਼ ਹੋਏ ਆ ਉੱਦਾਂ ਹੋਣ ਲੱਗੇ। ਤਾਂ ਕਹਿੰਦਾ ਜਿਹੜਾ ਐਕਸਟਰਾ ਪਾਇਲਟ ਜਿਹੜਾ ਸੀਗਾ ਉਹਨੇ ਹੈਂਡਬੁੱਕ ਸਰਚ ਕੀਤੀ ਅਤੇ ਉਹਦੇ ਵਿੱਚ ਉਹਨੇ ਸਟੈਪਸ ਦੇਖੇ ਵੀ ਜੇ ਇੱਦਾਂ ਹੋਵੇ ਤਾਂ ਉਹਨੂੰ ਕਿੱਦਾਂ ਜਿਹੜਾ ਆ ਉਹ ਉਸ ਦੇ ਵਿਪਰੀਤ ਜਿਹੜਾ ਕਰਨਾ ਆ ਤਾਂ ਜੋ ਇਸ ਨੂੰ ਜਿਹੜਾ ਉਹ ਬਚਾਇਆ ਜਾ ਸਕੇ। ਸੋ ਉਦੋਂ ਉਸ ਪਾਇਲਟ ਨੇ ਕਹਿ ਲਓ ਵੀ ਉਹਨਾਂ ਸਾਰੇ ਲੋਕਾਂ ਦੀ ਜਿਹੜੀ ਅਤੇ ਆਪਣੀ ਜਿਹੜੀ ਸਾਰਿਆਂ ਦੀ ਉਹਨੇ ਜਾਨ ਜਿਹੜੀ ਉਦੋਂ ਬਚਾ ਲਈ। ਸੋ ਉਹੀ ਕਾਰਨ ਜਿਹੜਾ ਹਰਜੋਤ ਸਿੰਘ ਜੀ, ਆਪਾਂ ਜਦੋਂ ਸ਼ੁਰੂਆਤ ਦੇ ਵਿੱਚ ਵੀ ਜਦੋਂ ਇਹ ਖਬਰ ਆਈ ਸੀ ਐਕਸੀਡੈਂਟ ਦੀ ਆਈ ਸੀ ਅਤੇ ਉਦੋਂ ਇਹੀ ਆਪਾਂ ਗੱਲ ਕੀਤੀ ਸੀ ਵੀ ਲੱਗ ਇੱਦਾਂ ਹੀ ਰਿਹਾ ਆ ਵੀ ਕਿਤੇ ਨਾ ਕਿਤੇ ਪਾਇਲਟਸ ਨੂੰ ਪੂਰੀ ਤਰੀਕੇ ਦੇ ਨਾਲ ਇਸ ਦੇ ਪ੍ਰਤੀ ਜਿਹੜੀ ਸਿਖਲਾਈ ਆ ਉਹ ਨਹੀਂ ਦਿੱਤੀ ਗਈ ਅਤੇ ਉਹੀ ਜਿਹੜੀ ਗੱਲ ਇਸ ਟਾਈਮ ਸਾਹਮਣੇ ਆ ਰਹੀ ਆ। ਅਤੇ ਇੱਕ ਅਫਸੋਸ ਵਾਲੀ ਗੱਲ ਆ ਅਤੇ ਲੋਕ ਜਿਹੜੇ FAA ਦੇ ਉੱਤੇ ਵੀ ਜਿਹੜੇ ਸਵਾਲ ਕਿਤੇ ਨਾ ਕਿਤੇ ਚੁੱਕ ਰਹੇ ਆ ਵੀ ਜਿਹੜੇ ਇਸ ਜਹਾਜ਼ ਦੇ ਵਿੱਚ ਜਿਸ ਦੇ ਬਾਰੇ ਪਹਿਲਾਂ ਕਿੰਨੀਆਂ ਹੋਰ ਕੰਪਲੇਂਟਸ ਪਾਇਲਟਸ ਦੇ ਦੁਆਰਾ ਜਿਹੜੀਆਂ ਆਈਆਂ ਨੇ, ਉਹ ਹੋਣ ਦੇ ਬਾਵਜੂਦ ਵੀ ਜਿਹੜਾ ਆ ਕਿਸੇ ਨੇ ਇਸ ਦੇ ਉੱਤੇ ਗੌਰ ਨਹੀਂ ਕੀਤਾ ਅਤੇ ਇਹ ਦੋ ਵੱਡੇ ਹਾਦਸੇ ਜਿਹੜੇ ਉਹ ਵਾਪਰੇ ਆ। ਇਹ ਚਾਹੇ ਦੇਖੋ ਬਾਹਰਲੇ ਮੁਲਕਾਂ ਦੇ ਜਹਾਜ਼ਾਂ ਦੇ ਵਿੱਚ ਹੋਏ ਆ, ਪਰ ਜਹਾਜ਼ ਦੇਖੋ ਅਮਰੀਕਾ ਦਾ ਮੇਡ ਹੈਗਾ ਆ। ਬੋਇੰਗ ਬਹੁਤ ਵੱਡੀ ਇੱਕ ਕੰਪਨੀ ਆ। ਦੁਨੀਆ ਦੀਆਂ ਜਿਹੜੀਆਂ ਦੋ ਵੱਡੀਆਂ ਕੰਪਨੀਆਂ ਬੋਇੰਗ ਅਤੇ ਏਅਰਬਸ ਦੇ ਵਿੱਚ ਹਮੇਸ਼ਾ ਜਿਹੜਾ ਘਮਾਸਾਨ ਮੁਕਾਬਲਾ ਚੱਲਦਾ ਰਹਿੰਦਾ ਆ ਅਤੇ ਇੱਦਾਂ ਜਿਹੜਾ ਹੋਣਾ ਆ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਹੈ, ਕਿਉਂਕਿ ਇੱਕ ਜਹਾਜ਼ ਤਾਂ ਹੈ ਨਹੀਂ, ਪੂਰੀ ਦੁਨੀਆ ਭਰ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਹਾਜ਼ ਜਿਹੜੇ ਉਡਾਨਾਂ ਜਿਹੜੇ ਰੋਜ਼ਾਨਾ ਭਰਦੇ ਨੇ ਅਤੇ ਉਹ ਉਤਰਦੇ ਨੇ। ਅਤੇ ਹੁਣ ਤਾਂ ਵੈਸੇ ਉਹਨਾਂ ਨੂੰ ਜਿਹੜੇ ਆ ਗਰਾਊਂਡ ਕੀਤਾ ਹੋਇਆ ਆ, ਪਰ ਫਿਰ ਵੀ ਇੱਕ ਖਤਰੇ ਵਾਲੀ ਜਿਹੜੀ ਆ ਉਹ ਘਟਨਾ ਜਿਹੜੀ ਆ ਉਹ ਬਣੀ ਹੋਈ ਸੀਗੀ। ਸੋ ਹੋਪਫੁਲੀ ਜਿਹੜਾ ਹੁਣ ਜਿੱਦਾਂ ਬੋਇੰਗ ਨੇ ਪਹਿਲੋਂ ਪਿਛਲੇ ਦਿਨਾਂ ਦੇ ਵਿੱਚ ਕਿਹਾ ਤਾਂ ਹੈਗਾ ਆ ਵੀ ਜਲਦ ਹੀ ਇਸ ਨੂੰ ਜਿਹੜਾ ਸੁਲਝਾ ਦਿੱਤਾ ਜਾਊਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਕੋਈ ਸਮੱਸਿਆ ਜਿਹੜੀ ਉਹ ਨਹੀਂ ਆਵੇਗੀ। ਜੀ ਬਿਲਕੁਲ। ਸੋ ਜਿਹੜੇ ਕਹਿੰਦੇ ਉਹਦੇ ਵਿੱਚ ਸੋਫਟਵੇਅਰ ਇੰਸਟਾਲਡ ਹੈਗਾ ਬੋਇੰਗ 737 ਮੈਕਸ 8 ਪਲੇਨਸ ਦੇ ਵਿੱਚ, ਜਿਹਨੂੰ MCAS ਕਿਹਾ ਜਾਂਦਾ, ਮੈਨੂਵਰਿੰਗ ਕਰੈਕਟਰਿਸਟਿਕਸ ਆਗਮੈਂਟੇਸ਼ਨ ਸਿਸਟਮ। ਅਤੇ ਉਹ ਕਹਿੰਦੇ ਆਟੋਮੈਟਿਕਲੀ ਜਿਹੜਾ ਆ ਨੋਜ਼ ਹੁੰਦਾ ਜਹਾਜ਼ ਦਾ ਉਹਨੂੰ ਲੋਅਰ ਕਰ ਦਿੰਦਾ ਜਦੋਂ ਉਹਨਾਂ ਦੇ ਸੈਂਸਰ ਜਿਹੜੇ ਆ ਉਹਨੂੰ ਇਨਫੋਰਮੇਸ਼ਨ ਮਿਲਦੀ ਆ ਵੀ ਜਹਾਜ਼ ਜਿਹੜਾ ਆ ਬੜਾ ਸਲੋ ਚੱਲ ਰਿਹਾ ਜਾਂ ਸਟੀਪਲੀ ਚੱਲ ਰਿਹਾ ਜਾਂ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਖੜਨ ਦੇ ਚਾਂਸ ਹੈਗੇ ਆ।
ਜੀ। ਸੋ ਐਜ਼ ਆਫ ਟੂਡੇ ਜਿਹੜੇ ਸਾਰੇ ਜਹਾਜ਼ ਜਿਹੜੇ 737 ਮੈਕਸ 8 ਦੇ ਆ ਉਹ ਪੂਰੇ ਵਰਲਡ ਦੇ ਵਿੱਚ ਡਾਊਨ ਕੀਤੇ ਹੋਏ ਹੈਗੇ ਆ। ਇਹ ਤੋਂ ਰਾਜਕਰਮਵੀਰ ਸਿੰਘ ਜੀ ਇੱਕ ਲੈਸਨ ਵੀ ਮਿਲਦਾ ਵੀ ਜਦੋਂ ਆਪਾਂ ਫਲਾਈਟ ਜਾਂਦੇ ਆ ਸਾਨੂੰ ਇਹ ਵੀ ਜ਼ਰੂਰ ਚੈੱਕ ਕਰਨਾ ਚਾਹੀਦਾ ਵੀ ਕਿਹੜਾ ਪਲੇਨ ਹੈਗਾ, ਰਾਈਟ ਜੀ। ਉਹਦੀ ਤੁਸੀਂ ਸੇਫਟੀ ਹਿਸਟਰੀ ਵੀ ਦੇਖ ਸਕਦੇ ਆ। ਪਰ ਇੱਕ ਗੱਲ ਬਿਲਕੁਲ ਸਹੀ ਆ ਵੀ ਸਭ ਤੋਂ ਜਿਹੜਾ ਸੇਫ ਟਰਾਂਸਪੋਰਟੇਸ਼ਨ ਜਿਹੜੀ ਆ ਉਹ ਜਹਾਜ਼ ਹੀ ਗਿਣਿਆ ਜਾਂਦਾ ਹੈਗਾ ਆ। ਕਿਉਂਕਿ ਜਿਸ ਪੱਧਰ ਦੇ ਉੱਤੇ ਜਿਹੜੇ ਜਹਾਜ਼ ਰੋਜ਼ਾਨਾ ਉੱਡਦੇ ਨੇ ਤੇ ਕਿੰਨੇ ਜਿਹੜੇ ਉਹਨਾਂ ਦੇ ਹਾਦਸੇ ਹੁੰਦੇ, ਗੱਲ ਇਹ ਆ ਨਾ ਵੀ ਜਦੋਂ ਜਹਾਜ਼ ਦਾ ਕੋਈ ਹਾਦਸਾ ਹੁੰਦਾ ਉਹ ਜਦੋਂ ਜਹਾਜ਼ ਦਾ ਹਾਦਸਾ ਹੁੰਦਾ ਤੇ ਹਰਜੋਤ ਸਿੰਘ ਜੀ ਬਹੁਤ ਵੱਡੀ ਜਿਹੜੀ ਖਬਰ ਬਣਦੀ ਆ। ਨਹੀਂ ਤਾਂ ਰੋਜ਼ਾਨਾ ਕਈ 100 ਲੋਕ ਜਿਹੜੇ ਆ ਉਹ ਸੜਕ ਦੁਰਘਟਨਾਵਾਂ ਦੇ ਵਿੱਚ ਮਾਰੇ ਜਾ ਰਹੇ ਨੇ। ਗੱਲ ਆ ਵੀ ਉਹ ਯੂਜ਼ ਵੀ ਉਹ ਵੀ ਬਹੁਤ ਜ਼ਿਆਦਾ ਹੁੰਦੀ ਹੈ। ਪਰਸੈਂਟੇਜ ਵਾਈਜ਼ ਜੇ ਦੇਖਿਆ ਜਾਵੇ ਤਾਂ ਏਅਰ ਟਰੈਵਲ ਜਿਹੜਾ ਉਹ ਜ਼ਿਆਦਾ ਸੇਫ ਮੰਨਿਆ ਜਾਂਦਾ ਆ। ਪਰ ਇੱਦਾਂ ਹੋਣ ਦੇ ਕਰਕੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵਾਰੀ ਜਿਹੜੀ ਉਹ ਡਰ ਜਿਹਾ ਜਿਹੜਾ ਤਣਾਅ ਜਿਹੜਾ ਉਹ ਜ਼ਰੂਰ ਇਸ 'ਤੇ ਕਰਕੇ ਬਣ ਜਾਂਦਾ ਜਦੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬ੍ਰੈਕਸਿਟ ਨੂੰ ਲੈ ਕੇ ਦੇਖਿਆ ਜਾਵੇ, ਥਰੀਸਾ ਮੇ ਨੇ ਕੱਲ੍ਹ ਪਾਰਲੀਮੈਂਟ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਆਖਿਆ, ਉਹਨਾਂ ਨੇ ਕਿਹਾ ਵੀ ਯੂਰਪੀਅਨ ਸੰਘ ਨੂੰ ਉਹਨਾਂ ਨੇ ਚਿੱਠੀ ਜਿਹੜੀ ਆ ਉਹ ਲਿਖੀ ਆ ਅਤੇ ਉਹਨਾਂ ਨੇ ਕਿਹਾ ਵੀ ਸਾਨੂੰ 3 ਮਹੀਨੇ ਦੀ ਹੋਰ ਮੌਹਲਤ ਜਿਹੜੀ ਆ ਉਹ ਦਿੱਤੀ ਜਾਵੇ। ਅਤੇ ਆਪਣੇ ਜਿਹੜੇ ਉਹਨਾਂ ਨੇ ਮੈਂਬਰ ਪਾਰਲੀਮੈਂਟਸ ਆ ਉਹਨਾਂ ਨੂੰ ਇਹ ਕਿਹਾ ਆ ਵੀ ਜਿਹੜਾ ਬ੍ਰੈਕਸਿਟ ਨੂੰ ਅਜੇ ਆਪਾਂ ਡਿਲੇ ਵੀ ਕਰਦੇ ਹਾਂ ਤਾਂ ਅਸੀਂ 3 ਮਹੀਨੇ ਤੋਂ ਵੱਧ 30 ਜੂਨ ਤੋਂ ਬਿਯੋਂਡ ਜਿਹੜਾ ਉਸ ਤੋਂ ਪਿੱਛੇ ਜਿਹੜਾ ਆ ਹੋਰ ਨਹੀਂ ਜਿਹੜਾ ਪਾਵਾਂਗੇ। 30 ਜੂਨ ਤਾਈਂ ਜਿਹੜਾ ਆ ਉਸ ਨੂੰ ਕਿਤੇ ਨਾ ਕਿਤੇ ਜਿਹੜਾ ਆਪਾਂ ਨੇਪਰੇ ਚਾੜ ਦੇਵਾਂਗੇ। ਹੁਣ ਜਿਹੜੇ 10 ਦਿਨ ਦਾ 9 ਦਿਨ ਦਾ ਇਨਫੈਕਟ ਜਿਹੜਾ ਸਮਾਂ ਹਰਜੋਤ ਸਿੰਘ ਜੀ ਉੱਥੇ ਰਹਿ ਗਿਆ ਆ, 29 ਮਾਰਚ ਨੂੰ ਜਿਹੜਾ ਆ UK ਯੂਰਪੀਅਨ ਸੰਘ ਦੇ ਵਿੱਚੋਂ ਜਿਹੜਾ ਬਾਹਰ ਆ ਉਹ ਹੋ ਜਾਵੇਗਾ। ਜੇ ਚਾਹੇ ਕੋਈ ਡੀਲ ਹੈਗੀ ਆ ਜਾਂ ਕੋਈ ਡੀਲ ਨਹੀਂ ਹੈਗੀ, ਅਨਲੈਸ ਜਿਹੜੀ ਕੋਈ ਐਕਸਟੈਂਸ਼ਨ ਜਿਹੜੀ ਆ ਉਹ ਇਹ ਲੈ ਲੈਂਦੇ ਨੇ। ਸੋ ਹੁਣ ਦੇਖਦੇ ਹਾਂ ਵੀ ਜਿਹੜੇ ਯੂਰਪੀਅਨ ਕਾਉਂਸਲ ਪ੍ਰੈਜ਼ੀਡੈਂਟ ਡੋਨਲਡ ਟਸਕ ਆ ਉਹਨਾਂ ਨੂੰ ਇਹ ਜਿਹੜੀ ਚਿੱਠੀ ਜਿਹੜੀ ਇਹਨਾਂ ਨੇ ਘੱਲੀ ਆ ਉਸ ਦੇ ਉੱਤੇ ਇਹ ਉਹ ਮੰਨਦੇ ਨੇ ਜਾਂ ਨਹੀਂ ਮੰਨਦੇ ਨੇ। ਅਤੇ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਬ੍ਰਿਟੇਨ ਦੇ ਬ੍ਰਿਟਿਸ਼ ਜਿਹੜੇ ਨਾਗਰਿਕ ਆ ਉਹ ਇਸ ਮਾਮਲੇ ਦੇ ਕਰਕੇ ਬੜੀ ਦੁਚਿੱਤੀ ਦੇ ਵਿੱਚ ਫਸੇ ਹੋਏ ਨੇ। ਹੁਣ ਕਿਉਂਕਿ ਯੂਰਪੀਅਨ ਸੰਘ ਦੇ ਵਿੱਚ ਹੋਣ ਕਰਕੇ ਉਹਨਾਂ ਸਾਰੇ ਮੁਲਕ ਵਾਲਿਆਂ ਨੂੰ ਕਿਸੇ ਵੀ ਵੀਜ਼ੇ ਦੀ, ਕਿਸੇ ਵੀ ਵਰਕ ਪਰਮਿਟ ਦੀ, ਕਿਸੇ ਵੀ ਗ੍ਰੀਨ ਕਾਰਡ ਦੀ ਇੱਦਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਉਹ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਮਰਜ਼ੀ ਜਦੋਂ ਮਰਜ਼ੀ ਜਿਹੜਾ ਉਹ ਆ ਜਾ ਸਕਦੇ ਨੇ, ਜਿੱਥੇ ਮਰਜ਼ੀ ਆਪਣਾ ਰਹਿਣ ਬਸੇਰਾ ਜਿਹੜਾ ਉਹ ਸ਼ੁਰੂ ਕਰ ਸਕਦੇ ਨੇ। ਹੁਣ ਬਹੁਤ ਸਾਰੇ ਜਿਹੜੇ ਬ੍ਰਿਟਿਸ਼ ਨਾਗਰਿਕ ਆ ਉਹ ਵੱਖ-ਵੱਖ ਹੋਰ ਯੂਰਪੀਅਨ ਸੰਘ ਮੁਲਕਾਂ ਦੇ ਵਿੱਚ ਜਿਹੜੇ ਆ ਉਹ ਰਹਿ ਰਹੇ ਨੇ ਅਤੇ ਕਾਰਨ ਉਹਨਾਂ ਦਾ ਹੁਣ ਸਮੱਸਿਆ ਉਹਨਾਂ ਦੇ ਲਈ ਇੱਕ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਬਣ ਰਹੀ ਆ ਵੀ ਹੁਣ ਜੇ ਉਹ ਬ੍ਰਿਟਿਸ਼ ਦਾ ਜਿਹੜਾ ਉਹਨਾਂ ਦੇ ਕੋਲ ਪਾਸਪੋਰਟ ਹੁੰਦਾ ਆ ਤਾਂ ਇਹਦਾ ਮਤਲਬ ਉਹ ਯੂਰਪ ਦੇ ਹੋਰ ਮੁਲਕਾਂ ਦੇ ਵਿੱਚ ਉਹਨਾਂ ਦੇ ਲਈ ਆਉਣਾ ਜਾਣਾ ਜਿਹੜਾ ਟੋਟਲੀ ਇੱਕ ਹਿਸਾਬ ਦੇ ਨਾਲ ਵਿਦਆਊਟ ਵੀਜ਼ਾ ਉੱਦਾਂ ਕਰਨਾ ਜਿਹੜਾ ਉਹ ਮੁਸ਼ਕਿਲ ਹੋ ਰਿਹਾ ਆ। ਅਤੇ ਉਹ ਬ੍ਰਿਟੇਨ ਦੇ ਉਹ ਲੋਕ ਕੀ ਕਰ ਰਹੇ ਨੇ ਵੀ ਉਹ ਟਰਾਈ ਕਰ ਰਹੇ ਨੇ ਹੋਰ ਮੁਲਕਾਂ ਦੀ ਨਾਗਰਿਕਤਾ ਜਿਹੜੀ ਆ ਉਹ ਲੈਣ ਦੇ ਲਈ। ਅਤੇ ਪਰ ਉਹਦੇ ਵਿੱਚ ਵੀ ਕਾਫੀ ਲੰਬੀਆਂ ਜਿਹੜੀਆਂ ਡਿਲੇਜ਼, ਲੰਬੀਆਂ ਮੁਸ਼ਕਿਲਾਂ ਜਿਹੜੀਆਂ ਉਹ ਆ ਰਹੀਆਂ ਆ। ਵੱਖ-ਵੱਖ ਜਿਹੜੇ ਮੁਲਕ ਆ ਉਹ ਇਹੀ ਦੱਸ ਰਹੇ ਨੇ ਵੀ ਇਸ ਟਾਈਮ ਜਿਹੜੇ ਬ੍ਰਿਟਿਸ਼ ਨਾਗਰਿਕ ਆ ਉਹ ਸਾਡੇ ਮੁਲਕ ਦੀ ਨਾਗਰਿਕਤਾ ਲੈਣ ਦੇ ਲਈ ਲੰਬੀਆਂ ਇੱਕ ਹਿਸਾਬ ਦੇ ਨਾਲ ਕਤਾਰਾਂ ਅਤੇ ਕਾਫੀ ਜ਼ਿਆਦੀਆਂ ਜਿਹੜੀਆਂ ਉਹਨਾਂ ਨੂੰ ਐਪਲੀਕੇਸ਼ਨਸ ਜਿਹੜੀਆਂ ਉਹ ਮਿਲ ਰਹੀਆਂ ਨੇ। ਸੋ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਲਈ ਇੱਕ ਕਾਫੀ ਕਹਿ ਲਓ ਵੀ ਐਸੀ ਸਥਿਤੀ ਬਣੀ ਹੋਈ ਆ, ਨਾ ਉਹ ਬਾਅਦ 'ਚ ਘਰ ਦੇ ਰਹਿਣੇ ਆ ਅਤੇ ਨਾ ਉਹ ਕਿਸੇ ਪਾਸੇ ਉਹ ਬਾਹਰ ਦੇ ਰਹਿਣੇ ਆ। ਉਹ ਹੁਣ ਰਹਿਣਾ ਉਹ ਯੂਰਪੀਅਨ ਸੰਘ ਦੇ ਵਿੱਚ ਚਾਹੁੰਦੇ ਨੇ ਕਿਉਂਕਿ ਉਹਨਾਂ ਦੇ ਲਈ ਆਉਣਾ ਜਾਣਾ ਜਿਹੜਾ ਬਹੁਤ ਸੌਖਾ ਆ। ਅਤੇ ਜੇ ਹੁਣ ਯੂਰਪੀਅਨ ਸੰਘ 'ਚੋਂ UK ਜਿਹੜਾ ਆ ਉਹ ਬਾਹਰ ਜਾ ਰਿਹਾ ਆ ਉਹਦੇ ਕਰਕੇ ਜਿਹੜਾ ਕਾਫੀ ਵੱਡਾ ਕਸਟਮਸ ਦਾ ਰੌਲਾ ਰੱਪਾ, ਵੀਜ਼ੇਜ਼ ਦਾ ਰੌਲਾ ਰੱਪਾ ਅਤੇ ਹੋਰ ਕਈ ਕੁਛ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਜਾਵੇਗਾ। ਜੀ। ਅਗਲੀ ਖਬਰ ਵੱਲ ਆਈਏ ਅਤੇ ਜਿਹੜੀ ਹਾਰਵਰਡ ਯੂਨੀਵਰਸਿਟੀ ਆ ਉਸ ਨੂੰ ਇੱਕ ਕਾਲੇ ਮੂਲ ਦੀ ਜਿਹੜੀ ਲੇਡੀ ਆ ਉਸ ਨੇ ਸੂ ਕੀਤਾ ਆ ਵੀ ਜਿਹੜੀ ਹਾਰਵਰਡ ਯੂਨੀਵਰਸਿਟੀ ਆ ਜਿਹੜੇ USA ਦੇ ਵਿੱਚ ਪਹਿਲਾਂ ਸਲੇਵ ਆਏ ਸੀ ਉਹਨਾਂ ਦੀਆਂ ਫੋਟੋਆਂ ਨੂੰ ਵੇਚ ਕੇ ਜਿਹੜਾ ਆ ਪ੍ਰੋਫਿਟ ਲੈ ਰਹੀ ਹੈਗੀ ਆ। 1850 ਦੇ ਵਿੱਚ ਸਵਿਸ ਬੋਰਨ ਇੱਕ ਹਾਰਵਰਡ ਯੂਨੀਵਰਸਿਟੀ ਦਾ ਜਿਹੜਾ ਪ੍ਰੋਫੈਸਰ ਸੀਗਾ ਉਸ ਨੇ ਕਹਿੰਦੇ ਜਿਹੜੇ ਅਮਰੀਕਨ ਸਲੇਵਸ ਹੈਗੇ ਆ ਉਹਨਾਂ ਦੀਆਂ ਫੋਟੋਆਂ ਲਈਆਂ ਸੀਆਂ ਅਤੇ ਕਹਿੰਦੇ ਵੀ ਇੱਕ ਫਾਦਰ ਅਤੇ ਇੱਕ ਉਸ ਦੀ ਡਾਟਰ, ਜਿਹੜੀ ਫਾਦਰ ਦਾ ਨਾਮ ਰੈਂਟਲੀ ਦੱਸਿਆ ਗਿਆ ਅਤੇ ਡਾਟਰ ਦਾ ਨਾਮ ਡੈਲੀਆ ਦੱਸਿਆ ਗਿਆ ਆ, ਦੋਨਾਂ ਦੀਆਂ ਕਹਿੰਦੇ ਵੀ ਨੰਗੇ ਕਰਕੇ ਜਿਹੜੀਆਂ ਫੋਟੋਆਂ ਇਸ ਪ੍ਰੋਫੈਸਰ ਵੱਲੋਂ ਕਈ ਡਿਫਰੈਂਟ ਐਂਗਲਸ ਤੋਂ ਲਈਆਂ ਗਈਆਂ ਸੀਆਂ 1850 ਦੇ ਵਿੱਚ।
ਪ੍ਰੋਫੈਸਰ ਲੂਇਸ ਅਗਾਜ਼ਸ ਇਹ ਵਾਇਰੋਲੋਜਿਸਟ ਸੀਗਾ। ਸੋ ਇਹ ਫੋਟੋਆਂ ਇੱਕ ਤਰ੍ਹਾਂ ਨਾਲ ਰੇਸਿਸਟ ਜਿਹੜੇ ਬਲੀਫ ਆ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਵਰਤੀਆਂ ਗਈਆਂ ਸੀਆਂ। ਅਤੇ ਇਹ ਫੋਟੋਆਂ 'ਚ ਇਸ ਤਰ੍ਹਾਂ ਸ਼ੋਅ ਕੀਤਾ ਗਿਆ ਸੀ ਵੀ ਜਿਹੜੇ ਕਾਲੇ ਮੂਲ ਦੇ ਲੋਕ ਹੈਗੇ ਆ ਉਹ ਗੋਰਿਆਂ ਨਾਲੋਂ ਬਹੁਤ ਇਨਫੀਰੀਅਰ ਹੈਗੇ ਆ, ਵੀ ਗੋਰੇ ਬਹੁਤ ਜਿਹੜੇ ਸਮਾਰਟ ਹੈਗੇ ਆ। ਸੋ ਉਸ ਤੋਂ ਬਾਅਦ ਕਹਿੰਦੇ ਬਹੁਤ ਸਾਰੇ ਜਿਹੜੀਆਂ ਫੋਟੋਆਂ ਆ ਉਹ ਯੂਨੀਵਰਸਿਟੀ ਦੇ ਵਿੱਚ ਕਿਤੇ ਉਹਨਾਂ ਦੀ ਮਿਊਜ਼ੀਅਮ ਦੇ ਵਿੱਚ ਹੀ ਥੱਲੇ ਕਿਤੇ ਪਈਆਂ ਰਹੀਆਂ, ਅਤੇ 1976 ਦੇ ਵਿੱਚ ਫਿਰ ਉਹਨਾਂ ਨੇ ਕੱਢ ਕੇ ਇਹ ਤੋਂ ਪ੍ਰੋਫਿਟ ਲੈਣਾ ਚਾਹਿਆ। ਅਤੇ ਹੁਣ ਉਸ ਜਿਹੜੇ ਫੋਟੋ ਦੇ ਵਿੱਚ ਇੱਕ ਫਾਦਰ ਅਤੇ ਉਹਦੀ ਜਿਹੜੀ ਬੇਟੀ ਸੀ, ਅਤੇ ਉਸ ਦੇ ਜਿਹੜੇ ਗ੍ਰੇਟ ਜਿਹੜੇ ਕਿਡਸ ਹੈਗੇ ਆ ਉਹਨਾਂ ਵੱਲੋਂ ਜਿਹੜਾ ਆ ਹਾਰਵਰਡ ਯੂਨੀਵਰਸਿਟੀ ਨੂੰ ਜਿਹੜਾ ਸੂ ਕੀਤਾ ਗਿਆ ਹੈਗਾ ਆ ਵੀ ਜਿਹੜੀ ਹਾਰਵਰਡ ਯੂਨੀਵਰਸਿਟੀ ਆ ਇਹ ਸਲੇਵਸ ਦੀਆਂ ਜਿਹੜੀਆਂ ਪਿਕਚਰਾਂ ਇਸ ਤਰ੍ਹਾਂ ਦੀਆਂ ਉਹਨਾਂ ਨੂੰ ਨੁਮਾਇਸ਼ ਲਾ ਕੇ ਉਹਨਾਂ ਤੋਂ ਜਿਹੜੇ ਪੈਸੇ ਇਕੱਠੇ ਕਰ ਰਹੀ ਆ, ਅਤੇ ਇਹ ਜਿਹੜਾ ਬੰਦ ਹੋਣਾ ਚਾਹੀਦਾ ਆ। ਬਿਲਕੁਲ ਬਿਲਕੁਲ। ਅਗਲੀ ਜਿਹੜੀ ਯੂਨੀਵਰਸਿਟੀ ਦੇ ਨਾਲ ਹੀ ਜੇ ਸੰਬੰਧਿਤ ਖਬਰਾਂ ਦੇ ਉੱਤੇ ਨਜ਼ਰ ਮਾਰੀਏ ਤਾਂ ਹਰਜੋਤ ਸਿੰਘ ਜੀ, ਜਿਹੜਾ ਪਿਛਲੇ ਵੀਕ ਦੇ ਵਿੱਚ ਇੱਕ ਜਿਹੜਾ ਵੱਡਾ ਸਕੈਂਡਲ ਕਾਲਜ ਐਡਮਿਸ਼ਨਸ ਦਾ ਜਿਹੜਾ ਸਾਹਮਣੇ ਆਇਆ ਸੀ, ਜਿੱਥੇ ਅਲਟਰਾ ਰਿਚ ਕਹਿ ਲਓ ਵੀ ਬਹੁਤ ਜ਼ਿਆਦਾ ਅਮੀਰ ਜਿਹੜੇ ਲੋਕ ਆ ਉਹ ਆਪਣੇ ਬੱਚਿਆਂ ਦੀ ਜਿਹੜੀ ਕਾਬਲੀਅਤ ਦੇ ਬਗੈਰ ਉਸ ਤੋਂ ਇਨਫੈਕਟ ਜਿਹੜੇ ਡਾਲਰਾਂ ਦੇ ਨਾਲ ਉਹਨਾਂ ਦੀਆਂ ਐਡਮਿਸ਼ਨਾਂ ਜਿਹੜੇ ਮਹਿੰਗੇ ਵਧੀਆ ਕਾਲਜਾਂ ਦੇ ਵਿੱਚ ਜਿਹੜੇ ਉਹ ਕਰਵਾ ਰਹੇ ਸੀਗੇ। ਹੁਣ ਉਸ ਤੋਂ ਬਾਅਦ ਦੇ ਵਿੱਚ ਜਿਹੜੀ USC ਆ, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ, ਉਹਨਾਂ ਨੇ ਇਹ ਇੱਕ ਇਸ਼ਾਰਾ ਕੀਤਾ ਹੈ, ਕਹਿੰਦੇ ਵੀ ਉਹ ਜਿਹੜੇ ਬੱਚੇ, ਉਹ ਜਿਹੜੇ ਸਟੂਡੈਂਟ ਜਿਹੜੇ ਇਸ ਕਾਲਜ ਐਡਮਿਸ਼ਨ ਸਕੈਂਡਲ ਦੇ ਨਾਲ ਜੁੜੇ ਹੋਣਗੇ, ਜਿਨ੍ਹਾਂ ਦੇ ਮਾਪਿਆਂ ਨੇ ਡਾਲਰ ਦੇ ਕੇ ਉਹਨਾਂ ਦੇ ਐਡਮਿਸ਼ਨਾਂ ਜਿਹੜੀਆਂ ਉਹ ਕਰਵਾਈਆਂ ਹੋਣਗੀਆਂ, ਕਹਿੰਦੇ ਵੀ ਉਹ ਬੱਚਿਆਂ ਨੂੰ ਹੁਣ ਕਲਾਸਾਂ ਰਜਿਸਟਰ ਕਰਨ ਦੇ ਲਈ ਉਹਨਾਂ ਨੂੰ ਟਰਾਂਸਕ੍ਰਿਪਟ ਜਿਹੜੀਆਂ ਆ ਉਹ ਜਿਹੜੀਆਂ ਨਹੀਂ ਦਿੱਤੀਆਂ ਜਾਣਗੀਆਂ। ਸੋ ਹੁਣ ਦੇਖੋ, ਚਾਹੇ ਉਹਨਾਂ ਦੇ 1 ਸਾਲ ਲੱਗਾ ਹੋਵੇ, ਚਾਹੇ 2 ਤੇ ਚਾਹੇ 3 ਚਾਹੇ 4, ਅਤੇ ਹੁਣ ਜਦੋਂ ਉਹ ਸਕੈਂਡਲ ਸਾਹਮਣੇ ਆਇਆ ਅਤੇ ਉਹਨਾਂ ਸਾਰਿਆਂ ਦੀ ਇੱਕ ਹਿਸਾਬ ਦੇ ਨਾਲ ਜੀਵਨ ਦੇ ਉਹ ਸਾਲ ਵਿਅਰਥ ਜਿਹੜੇ ਆ ਉਹ ਜਾਣਗੇ, ਕਿਉਂਕਿ ਉਹਨਾਂ ਦੇ ਮਾਪਿਆਂ ਨੇ ਸੋਚਿਆ ਵੀ ਉਹ ਉਹਨਾਂ ਦੇ ਬੱਚੇ ਜ਼ਿਆਦਾ ਚੰਗੇ ਨੇ ਜਿਹੜੇ ਇਹਨਾਂ ਕਾਲਜਾਂ ਦੇ ਵਿੱਚ ਡਾਲਰ ਦੇ ਕੇ ਜਿਹੜੇ ਆ ਅਸੀਂ ਵਿਦਾਊਟ ਐਨੀ ਜਿਹੜੀ ਕਹਿ ਲਓ ਵੀ ਕਿਸੇ ਟੈਲੈਂਟ ਤੋਂ ਬਗੈਰ ਜਾਂ ਉਹਨਾਂ ਦੀ ਕਾਬਲੀਅਤ ਤੋਂ ਬਗੈਰ ਇਹਨਾਂ ਨੂੰ ਇੱਥੇ ਪੜ੍ਹਵਾ ਜਿਹੜਾ ਸਕਦੇ ਹਾਂ। ਅਤੇ ਹਰਜੋਤ ਸਿੰਘ ਜੀ, ਇੱਦਾਂ ਲੱਗ ਰਿਹਾ ਆ ਵੀ ਇਹ ਜਿਹੜਾ ਸਕੈਂਡਲ ਆ ਇਹ ਲੰਮੇ ਸਮੇਂ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਸੀ। ਜੇ ਪਿੱਛੇ ਤੋਂ ਪਿੱਛੇ ਜਿਹੜੇ ਆ ਕਿਤੇ ਜਾਂਦੇ ਜਾਊਂਗੇ ਤਾਂ ਹੋਰ ਕਈ ਥਾਵਾਂ ਦੇ ਉੱਤੇ ਜਿਹੜਾ ਆ ਇਸ ਚੀਜ਼ ਦੇ ਬਾਰੇ ਜਿਹੜਾ ਪਤਾ ਲੱਗਦਾ ਜਾਊਗਾ। ਰੀਸੈਂਟਲੀ ਇੱਕ ਰਿਪੋਰਟ ਆਈ ਸੀ, ਜਿਹੜਾ ਰਾਸ਼ਟਰਪਤੀ ਟਰੰਪ ਦਾ ਜਵਾਈ ਜੈਰਡ ਕੁਸ਼ਨਰ, ਉਸ ਦਾ ਜਿਹੜਾ ਜੈਰਡ ਕੁਸ਼ਨਰ ਆ ਉਹਨੂੰ ਐਡਮਿਸ਼ਨ ਜਿਹੜੀ ਉਹ ਨਹੀਂ ਸੀ ਮਿਲ ਰਹੀ ਹਾਰਵਰਡ ਦੇ ਵਿੱਚ, ਅਤੇ ਬਾਅਦ 'ਚ ਉਹਦੇ ਪਿਓ ਨੇ ਕੁਛ $2.5 ਮਿਲੀਅਨ ਦੀ ਜਿਹੜੀ ਆ ਉੱਥੇ ਉਸ ਨੇ ਕਹਿ ਲਓ ਵੀ ਜਿਹੜੇ ਦਿੱਤੇ ਆ ਕਾਲਜ ਨੂੰ ਦਿੱਤੇ ਆ, ਉਸ ਤੋਂ ਬਾਅਦ 'ਚ ਉਹਨੂੰ ਐਡਮਿਸ਼ਨ ਵੀ ਮਿਲ ਰਹੀ ਆ। ਉਸ ਦੇ ਬਾਰੇ ਇੱਕ ਪ੍ਰੋਫੈਸਰ ਉੱਥੇ ਦਾ ਜਿਹੜਾ ਉਹ ਬੋਲਿਆ ਸੀ, ਕਹਿੰਦਾ ਵੀ ਉਹਦੇ ਸੈਟ ਸਕੋਰ ਅਤੇ ਉਹਦੇ ਬਾਕੀ ਜਿਹੜੇ ਸਕੋਰਸ ਨੂੰ ਦੇਖਦੇ ਹੋਏ ਇਸ ਨੂੰ ਐਡਮਿਸ਼ਨ ਮਿਲਣੀ ਨਹੀਂ ਸੀ ਚਾਹੀਦੀ, ਪਰ ਮੈਂ ਬਹੁਤ ਹੈਰਾਨ ਹੋਇਆ ਸੀ ਜਦ ਅਚਾਨਕ ਜਿਹੜਾ ਆ ਉਸ ਨੂੰ ਐਡਮਿਸ਼ਨ ਜਿਹੜਾ ਹੋਇਆ ਉੱਥੇ ਦੇਖਿਆ ਸੀਗਾ। ਸੋ ਇੱਦਾਂ ਦੇ ਬਹੁਤ ਸਾਰੇ ਜਿਹੜੇ ਕਿੱਸੇ ਆ ਪੁਰਾਣੇ ਵੀ ਜਿਹੜੇ ਆ ਉਹ ਨਿਕਲ ਸਕਦੇ ਆ। ਸੋ ਦੇਖਦੇ ਆ ਵੀ ਹੋਰ ਜਿਹੜੇ ਕੀ ਨਿਕਲਦਾ। ਪਰ USC ਜਿਹੜੀ ਪਹਿਲੀ ਯੂਨੀਵਰਸਿਟੀ ਇੱਕ ਹਿਸਾਬ ਦੇ ਨਾਲ ਬਣ ਰਹੀ ਆ, ਜਿਹੜੀ ਉਹਨਾਂ ਬੱਚਿਆਂ ਦੇ ਉੱਤੇ ਵੀ ਜਿਹੜੀ ਆ ਉਹ ਹੁਣ ਗਾਜ ਸਿੱਟੂਗੀ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਹੂਸਟਨ ਏਰੀਏ ਦੇ ਵਿੱਚ ਡੀਅਰ ਪਾਰਕ ਜਿਹੜਾ ਹੈਗਾ ਆ ਉੱਥੇ ਬਹੁਤ ਵੱਡੀ ਜਿਹੜੀ ਅੱਗ ਲੱਗੀ ਸੀ, ਜਿਹਦੇ ਨਾਲ ਕਾਫੀ ਜਿਹੜੇ ਆ ਐਕਸਪਲੋਜ਼ਨ ਵੀ ਹੋਏ। ਈਵਨ ਦੋ ਹੁਣ ਅੱਗ ਜਿਹੜੀ ਆ ਬੁਝਾ ਦਿੱਤੀ ਗਈ ਆ, ਪਰ ਕਹਿੰਦੇ ਵੀ ਟੈਕਸਸ ਦੀ ਹਿਸਟਰੀ ਦੇ ਵਿੱਚ ਸਭ ਤੋਂ ਜਿਹੜੀਆਂ ਵੱਡੀਆਂ ਅੱਗਾਂ ਲੱਗਣ ਵਾਲੀਆਂ ਆ ਉਹਨਾਂ ਦੇ ਵਿੱਚ ਇਸ ਦਾ ਨਾਮ ਆ ਗਿਆ। ਜੇ ਸਰੋਤਿਆਂ ਨੂੰ ਦੱਸਦੀ ਜਾਈਏ, ਕਹਿੰਦੇ ਟੈਕਸਸ ਸਿਟੀ ਦੇ ਵਿੱਚ 1947 'ਚ ਇੱਕ ਬਹੁਤ ਵੱਡੀ ਅੱਗ ਲੱਗੀ ਸੀ ਰਿਫਾਈਨਰੀ ਅਤੇ ਆਇਲ ਸਟੋਰੇਜ ਟੈਂਕ ਦੇ, ਜਿਹਦੇ ਨਾਲ ਸ਼ਹਿਰ ਦੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸੀ। 500 ਤੋਂ 600 ਲੋਕ ਉਸ ਟਾਈਮ 'ਤੇ ਮਾਰੇ ਗਏ ਸੀ। ਉਸ ਤੋਂ ਬਾਅਦ ਇਸੇ ਤਰ੍ਹਾਂ ਪੈਸਾਡੀਨਾ ਟੈਕਸਸ ਦੇ ਵਿੱਚ 1999 ਦੇ ਵਿੱਚ ਜਿਹੜੀ ਆ ਬਹੁਤ ਵੱਡੀ ਅੱਗ ਲੱਗੀ ਸੀ, ਜਿਹਦੇ ਵਿੱਚ ਕਹਿੰਦੇ ਸਿਟੀ 60 ਤੋਂ 90 ਸੈਕਿੰਡ ਦੇ ਵਿੱਚ ਜਿਹੜਾ ਵਰਕਰਸ ਨੂੰ ਇਵੈਕੂਏਟ ਕਰਨਾ ਪਿਆ ਸੀ, ਪਰ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। 23 ਲੋਕ ਮਾਰੇ ਗਏ ਸੀ ਅਤੇ 100 ਤੋਂ ਵੱਧ ਜਿਹੜੇ ਇੰਜਰਡ ਹੋਏ ਸੀ, ਜ਼ਖਮੀ ਹੋਏ ਸੀ। ਇਸੇ ਤਰੀਕੇ ਨਾਲ ਚੈਨਲ ਵਿਊ ਟੈਕਸਸ ਦੇ ਵਿੱਚ 1990 ਦੇ ਵਿੱਚ ਜਿਹੜੀ ਆਰਕੋ ਦੇ ਕੈਮੀਕਲ ਪਲਾਂਟ ਦੇ ਵਿੱਚ ਅੱਗ ਲੱਗੀ ਸੀ, ਜਿਸ ਦੇ ਵਿੱਚ 17 ਲੋਕ ਜਿਹੜੇ ਉਹ ਮਾਰੇ ਗਏ ਸੀ। 9 ਲੱਖ ਗੈਲਨ ਜਿਹੜਾ ਕੈਮੀਕਲ ਵੇਸਟ ਦਾ ਇੱਕ ਟੈਂਕ ਆ ਉੱਥੇ ਐਕਸਪਲੋਡ ਜਿਹੜਾ ਆ ਉਹ
ਕਰ ਗਿਆ ਸੀਗਾ ਤੇ ਹਿਊਸਟਨ ਤੋਂ ਇਹ 16 ਮੀਲ ਜਿਹੜਾ ਦੂਰ ਆ ਉਹ ਦੱਸਿਆ ਜਾਂਦਾ ਆ। ਸੋ ਟੈਕਸਸ ਸਿਟੀ ਦੇ ਵਿੱਚ 2005 ਦੇ ਵਿੱਚ ਜਿਹੜੀ ਉਹ ਅੱਗ ਲੱਗੀ ਆ BP ਦੇ ਅਮੋਕੋ PLC ਆਇਲ ਰਿਫਾਈਨਰੀ ਪਲਾਂਟ ਦੇ ਵਿੱਚ। ਉੱਥੇ 15 ਜਿਹੜੇ ਵਰਕਰ ਆ ਉਹ ਮਾਰੇ ਗਏ ਸੀ ਤੇ 180 ਜਿਹੜੇ ਆ ਹੋਰ ਵਰਕਰ ਆ ਉਹ ਜਿਹੜੇ ਉਸ ਦੇ ਵਿੱਚ ਇੰਜਰਡ ਜਿਹੜੇ ਹੋਏ ਸੀ। ਪੈਸਾਡੀਨਾ 2018 ਦੇ ਵਿੱਚ ਜਿਹੜਾ ਉੱਥੇ ਵੀ ਐਕਸਪਲੋਜਨ ਹੋਇਆ ਸੀ ਪਲਾਸਟਿਕ ਫੈਬਰੀਕੇਸ਼ਨ ਕੰਪਨੀ ਦੇ ਵਿੱਚ। 2 ਦਰਜਨ ਜਿਹੜੇ ਆ ਉਸ ਦੇ ਵਿੱਚ ਲੋਕ ਜਿਹੜੇ ਆ ਉਹ ਜ਼ਖਮੀ ਉਸ ਦੇ ਵਿੱਚ ਹੋਏ ਸੀਗੇ। ਸੋ ਇਹ ਇੱਕ ਹੋਰ ਜਿਹੜਾ ਵੱਡਾ ਐਕਸਪਲੋਜਨ ਹੋਇਆ। ਤੇ ਹਰਜੋਤ ਸਿੰਘ ਜੀ ਇਸ ਦੇ ਬਾਬਤ ਗੱਲਾਂ ਜਿਹੜੀਆਂ ਇਹ ਚੱਲ ਰਹੀਆਂ, ਦੇਖੋ ਅੱਗ ਹਿਊਸਟਨ ਦੇ ਜਿਹੜੇ ਇਹ ਜਿਹੜੇ ਡੀਅਰ ਪਾਰਕ ਦੇ ਵਿੱਚ ਜਿਹੜੀ ਲੱਗੀ ਆ, ਇਹ ਹੋਰ ਕਈ ਇਲਾਕਿਆਂ ਦੇ ਵਿੱਚ ਲੋਕਾਂ ਨੇ ਜਿਹੜੀਆਂ ਤਸਵੀਰਾਂ ਪਾਈਆਂ, ਕਹਿੰਦੇ ਇਹ ਜਿਹੜੇ ਬੱਦਲ ਆ ਤੁਹਾਨੂੰ ਇਹ ਬੱਦਲ ਨਹੀਂ ਆ, ਇਹ ਇਨਫੈਕਟ ਇਹ ਜਿਹੜੀ ਡੀਅਰ ਪਾਰਕ ਦੀ ਅੱਗ ਦੇ ਕਰਕੇ ਜਿਹੜੀ ਰਾਖ ਆ ਅਤੇ ਜਿਹੜੀ ਇਹ ਧੂੰਆਂ ਆ ਉਹ ਚਾਰੇ ਪਾਸੇ ਜਿਹੜਾ ਉਹ ਫੈਲਿਆ ਹੋਇਆ ਆ। ਅਤੇ ਵੱਡੀ ਜਿਹੜੀ ਪ੍ਰੋਬਲਮ ਆਈ ਆ ਕਈ ਦਿਨਾਂ ਤੱਕ ਜਿਹੜੀ ਆ ਇਹ ਹਰਜੋਤ ਸਿੰਘ ਜੀ ਅੱਗ ਜਿਹੜੀ ਵੀਕਐਂਡ ਦੇ ਉੱਤੇ ਕਹਿੰਦੇ ਤਕਰੀਬਨ ਲੱਗੀ ਸੀ, ਇਸ ਨੂੰ ਕਾਬੂ ਪਾਉਣ ਦੇ ਵਿੱਚ ਕਾਫੀ ਲੰਮਾ ਸਮਾਂ ਜਿਹੜਾ ਆ ਉਹ ਲੱਗ ਗਿਆ। ਅਤੇ ਇਸ ਟਾਈਮ ਜਿਹੜੇ ਫਾਇਰ ਚੀਫ ਵਾਲੇ ਹੈਗੇ ਆ ਉਹ ਇਨਵੈਸਟੀਗੇਸ਼ਨ ਜਾਂਚ ਜਿਹੜੀ ਕਰ ਰਹੇ ਆ ਵੀ ਕਹਿੰਦੇ ਵੀ ਜਿਹੜੀਆਂ ਮੁੱਢਲੀਆਂ ਸਹੂਲਤਾਂ ਜਿਹੜੀਆਂ ਆ ਉਹਨਾਂ ਨੂੰ ਇੱਥੇ ਲਿਆਉਣ ਦੇ ਵਿੱਚ ਦੇਰੀ ਜਿਹੜੀ ਆ ਉਹ ਕਿਉਂ ਹੋਈ ਆ, ਜਿਸ ਕਰਕੇ ਅੱਗ ਇਹ ਜ਼ਿਆਦਾ ਚਿਰ ਜਿਹੜੀ ਉੱਥੇ ਚੱਲਦੀ ਰਹੀ ਆ। ਪਰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹਰਜੋਤ ਸਿੰਘ ਜੀ ਇਸ ਅੱਗ ਦੇ ਨਾਲ ਹਿਊਸਟਨ ਦੇ ਵਿੱਚ ਹੋਇਆ ਆ। ਹਿਊਸਟਨ ਇਲਾਕੇ ਦੇ ਵਿੱਚ ਕਾਫੀ ਜਿੱਦਾਂ ਆਪਾਂ ਜੇ ਤੁਸੀਂ ਇਹਨਾਂ ਅੱਗਾਂ ਦੇ ਉੱਤੇ ਨਜ਼ਰ ਮਾਰੋ ਤਾਂ ਵੱਖ-ਵੱਖ ਜਿਹੜੀਆਂ ਆਇਲ ਦੇ ਨਾਲ ਜੁੜੀਆਂ ਹੋਈਆਂ ਕੰਪਨੀ ਜਾਂ ਮੈਨੂਫੈਕਚਰਿੰਗ ਦੇ ਨਾਲ ਵੱਡੀਆਂ ਜਿਹੜੀਆਂ ਕੰਪਨੀਜ਼ ਆ, ਫੈਕਟਰੀਜ਼ ਜਿਹੜੀਆਂ ਆ, ਉਹਨਾਂ ਵਿੱਚ ਅੱਗ ਲੱਗਦੀ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਜਿਹੜੀ FDA ਆ ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ, ਉਹਨਾਂ ਵੱਲੋਂ ਕਹਿੰਦੇ ਪਈ ਪਹਿਲੀ ਵਾਰੀ ਜਿਹੜੀ ਆ ਪੋਸਟਮਾਰਟਮ ਡਿਪਰੈਸ਼ਨ ਡਰੱਗ ਜਿਹੜੀ ਆ ਅਪਰੂਵ ਕੀਤੀ ਗਈ ਆ। ਕਹਿੰਦੇ ਪਈ ਜਦੋਂ ਕਿਸੇ ਵੀ ਜਿਹੜੀ ਲੇਡੀ ਦੇ ਬੱਚਾ ਹੁੰਦਾ ਆ ਉਹ ਤੋਂ ਬਾਅਦ ਇਹ ਜਿਹੜੀ ਆ ਡਿਪਰੈਸ਼ਨ ਕਹਿੰਦੇ 9 ਵਿੱਚੋਂ 1 ਲੇਡੀਜ਼ ਨੂੰ ਕਾਫੀ ਜ਼ਿਆਦਾ ਹੁੰਦੀ ਹੈਗੀ ਆ। ਸੋ ਹੁਣ ਕਹਿੰਦੇ ਡਰੱਗ ਤਾਂ ਈਵਨ ਦੋ ਇਹਨੂੰ ਅਪਰੂਵ ਕਰ ਦਿੱਤਾ ਗਿਆ ਹੈਗਾ ਆ ਅਤੇ ਜ਼ੁਲਰੈਸੋ ਨਾਮ ਦੀ ਕੰਪਨੀ ਵੱਲੋਂ ਇਹ ਸੈੱਲ ਕੀਤੀ ਜਾਊਗੀ, ਪਰ ਜਦੋਂ ਇਹ ਡਰੱਗ ਦਿੱਤੀ ਜਾਊਗੀ ਕਹਿੰਦੇ ਵੀ ਉਹਨਾਂ ਨੂੰ ਜਿਹੜਾ ਆ ਹੌਸਪੀਟਲ ਦੇ ਵਿੱਚ ਹੀ ਰਹਿਣਾ ਪਊਗਾ, ਘਰ ਦੇ ਵਿੱਚ ਇਹ ਡਰੱਗ ਨਹੀਂ ਦਿੱਤੀ ਜਾ ਸਕਦੀ। ਜੀ ਜੀ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਜਾਰਜੀਆ ਤੋਂ ਆ ਰਹੀ ਹੈ। ਜਾਰਜੀਆ ਦੇ ਵਿੱਚ ਇੱਕ ਬੰਦਾ ਉਸ ਨੇ ਇੱਕ ਕਨਫੈਸ਼ਨ ਜਿਹੜੀ ਆ ਉਹ ਕੀਤੀ ਆ ਅਤੇ ਉਹ ਕਨਫੈਸ਼ਨ ਬੜੀ ਖੌਫਨਾਕ ਜਿਹੜੀ ਉਹ ਹੈਗੀ ਆ। ਉਸ ਨੇ ਜਿਊਲਰ ਦੇ ਸਾਹਮਣੇ ਜਿਹੜਾ ਇਹ ਕਨਫੈਸ ਕੀਤਾ ਵੀ ਉਸ ਨੇ ਇੱਕ ਆਪਣੇ ਫਰੈਂਡ ਦੀ ਮਦਦ ਕੀਤੀ ਸੀ, ਇੱਕ ਹਾਈ ਸਕੂਲ ਟੀਚਰ ਦੀ ਜਿਹੜੀ ਆ ਉਸ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਜਿਹੜੀ ਆ ਜਲਾਉਣ ਦੇ ਵਿੱਚ ਅਤੇ ਐਸ਼ ਦੇ ਵਿੱਚ ਕਨਵਰਟ ਕਰਨ ਦੇ ਵਿੱਚ। ਟਾਰਾ ਗ੍ਰਿਨਸਟੈਡ ਜਿਹੜੀ ਆ ਇਸ ਨਾਂ ਦੀ ਜਿਹੜੀ ਟੀਚਰ ਆ 2000 ਅਕਤੂਬਰ 2005 ਦੇ ਵਿੱਚ ਅਚਾਨਕ ਜਿਹੜੀ ਉਹ ਲਾਪਤਾ ਜਿਹੜੀ ਹੋ ਗਈ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਕਈ ਜਿਹੜੇ ਆ ਮੋਰ ਦੈਨ ਏ ਡੈਕੇਡ ਕਹਿੰਦੇ 10 ਸਾਲ ਤੋਂ ਵੀ ਵੱਧ ਸਮਾਂ ਜਿਹੜਾ ਆ ਉਹ ਮਿਸਟਰੀ ਜਿਹੜੀ ਬਣੀ ਰਹੀ ਵੀ ਉਹ ਕਿੱਥੇ ਤੇ ਕਿੱਥੇ ਚਲੇਗੀ। ਅਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ 10 ਸਾਲਾਂ ਬਾਅਦ ਦੇ ਵਿੱਚ ਜਾ ਕੇ 2 ਬੰਦਿਆਂ ਨੂੰ ਜਿਹੜਾ ਇਸ ਕੇਸ ਦੇ ਵਿੱਚ ਚਾਰਜ ਕੀਤਾ ਗਿਆ, ਜਿਨ੍ਹਾਂ ਵਿੱਚੋਂ ਜਿਹੜਾ ਇੱਕ ਬੰਦਾ ਬੋ ਡਿਊਕਸ ਕਰਕੇ ਉਸਨੇ ਬਾਅਦ ਦੇ ਵਿੱਚ ਕਨਫੈਸ ਕੀਤਾ ਵੀ ਉਸਨੇ ਆਪਣੇ ਸਾਥੀ ਦੇ ਨਾਲ ਜਿਹੜੀ ਆ ਜਿਸਨੇ ਉਹ ਮਾਰਿਆ ਸੀ ਉਸ ਨੂੰ ਉਸ ਦੀ ਉਹਨੇ ਮਦਦ ਕੀਤੀ ਇਸ ਟੀਚਰ ਦੀ ਜਿਹੜੀ ਆ ਲਾਸ਼ ਨੂੰ ਜਲਾਉਣ ਦੇ ਵਿੱਚ। ਅਤੇ ਹੁਣ ਕਹਿੰਦੇ ਜਲਦ ਹੀ ਜਿਹੜੀ ਇਹਨਾਂ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾ ਸਕਦੀ ਹੈ। ਜੀ, ਅਗਲੀ ਖਬਰ ਜਿਹੜੀ ਆਇਓਵਾ ਤੋਂ ਆ ਰਹੀ ਆ, ਡੈਸ ਮੋਇਨਸ ਆਇਓਵਾ ਦੇ ਵਿੱਚ ਕਹਿੰਦੇ ਪਈ ਇੱਕ ਬਿਲਡਿੰਗ ਦੇ ਵਿੱਚ ਜਿਹੜੀ ਅਪਾਰਟਮੈਂਟ ਦੀ ਸੀ ਅੱਗ ਲੱਗ ਗਈ ਬਹੁਤ ਹੀ ਭਿਆਨਕ, ਅਤੇ ਉੱਥੋਂ ਫਿਰ 4 ਬੱਚਿਆਂ ਨੂੰ ਜਿੱਦਾਂ ਬਿਲਡਿੰਗ ਤੋਂ ਥੱਲੇ ਸਿੱਟਿਆ ਗਿਆ ਅਤੇ ਥੱਲੇ ਪੁਲਿਸ ਵਾਲੇ ਜਿਹੜੇ ਸੀ ਉਹ ਪੂਰੀ ਤਰ੍ਹਾਂ ਉਹ ਬੱਚਿਆਂ ਨੂੰ ਫੜਨ ਦੇ ਲਈ ਤਿਆਰ ਸੀਗੇ ਅਤੇ ਉਹਨਾਂ ਦੇ ਜਿਹੜੇ ਬੋਡੀ ਕੈਮ ਆ ਉਹਨਾਂ ਤੋਂ ਜਿਹੜੀ ਪੂਰੀ ਉਹ ਜਦੋਂ ਬੱਚਿਆਂ ਨੂੰ ਥੱਲੇ ਡਰੋਪ ਕੀਤਾ ਗਿਆ ਅਤੇ ਉਹਨਾਂ ਨੇ ਜਿਹੜਾ ਪੁਲਿਸ ਆਫੀਸਰ ਸੀਗੇ ਉਹਨਾਂ ਨੇ ਫੜਿਆ ਅਤੇ ਬੱਚਿਆਂ ਦੇ ਕਿਸੇ ਤਰ੍ਹਾਂ ਦੀ ਕੋਈ ਚੋਟ ਨਹੀਂ ਆਈ। ਅਤੇ ਉਹ ਹੁਣ ਜਿਹੜੀ ਆ ਬੋਡੀ ਕੈਮ ਦੇ ਨਾਲ ਜਿਹੜੀ ਉਹਨਾਂ ਦੀ ਪਿਕਚਰ ਬਣੀ ਉਹ ਆ ਕਹਿੰਦੇ ਉਹ ਬਹੁਤ ਵਾਇਰਲ ਹੋ ਰਹੀ ਆ। ਜੀ ਜੀ, ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਹਾਂ, ਵਾਪਸ ਆਉਂਦੇ ਹਾਂ ਅਤੇ ਇੱਦਾਂ ਹੀ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ। ਜੀ
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਹਰ ਟਰੱਕ ਤੇ 6 ਮਹੀਨੇ ਦੀ ਵਾਰੰਟੀ, ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟਸ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹ ਟ੍ਰੇਡ-ਇਨਸ ਵੀ ਕਰਦੇ ਹਨ। 100% ਕਸਟਮਰ ਸੈਟੀਸਫੈਕਸ਼ਨ ਵਿੱਚ ਯਕੀਨ ਰੱਖਦੇ ਹਨ। ਜੇਕਰ ਤੁਸੀਂ ਯੂਜ਼ਡ ਟਰੱਕ ਟ੍ਰੇਲਰ ਬਿਲਕੁਲ ਨਵੇਂ ਵਰਗਾ ਖਰੀਦਣਾ ਚਾਹੁੰਦੇ ਹੋ ਤਾਂ ਕਾਲ 866 252 87 81 866 252 8781 ਪ੍ਰਾਈਡ ਟਰੱਕ ਸੇਲਸ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। ਖਾਲਸਾ ਇੰਸ਼ੋਰੈਂਸ। For more information, call 4082722500 408 272 2500 or visit khalsainsurance.com। ਪ੍ਰਸਾਦ ਆਈਲੈਂਡ ਮਾਰਕੀਟ, ਜਿਸ ਦਾ ਪਹਿਲਾ ਨਾਂ ਖਾਲਸਾ ਫੈਬਰਿਕ ਸੀ, ਖੁੱਲ ਚੁੱਕਿਆ ਹੈ ਅੰਡਰ ਨਿਊ ਓਨਰਸ਼ਿਪ। ਵੈਸਟ ਸੈਕਰਾਮੈਂਟੋ ਦਾ ਸਭ ਤੋਂ ਵੱਡਾ ਇੰਡੀਅਨ ਗਰੋਸਰੀ ਸਟੋਰ। ਇਹ 7 ਦਿਨ ਖੁੱਲੇ ਰਹਿੰਦੇ ਹਨ, ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਆਈਲੈਂਡ ਗਰੋਸਰੀ ਖਰੀਦ ਸਕਦੇ ਹੋ। ਹਰ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ, ਭਾਂਡੇ ਅਤੇ ਖਰੀਦੋ ਤਾਜ਼ੀਆਂ ਸਬਜ਼ੀਆਂ ਹਰ ਰੋਜ਼। ਮਾਰਚ ਤੋਂ ਮਈ ਤੱਕ ਲੈ ਸਕਦੇ ਹੋ ਰੀ ਗ੍ਰੈਂਡ ਓਪਨਿੰਗ ਸੇਲ ਦਾ ਲਾਭ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9162995267 2021 ਵੈਸਟ ਕੈਪੀਟਲ ਐਵੇਨਿਊ, ਵੈਸਟ ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ ਅਤੇ A-ਰੇਟਡ ਕੰਪਨੀਆਂ ਦੇ ਨਾਲ ਕੰਮ ਕਰਦੇ ਹਨ। ਕਾਲ 408 272 2500 408 272 2500। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 408 272 5200। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ, ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ, ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲਗਰੋਵ, ਕੈਲੀਫੋਰਨੀਆ। ਮਨਜਿੰਦਰ ਆ ਕੀ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ
ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਹਾਂ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585, 9166412585, 2087 ਅਰੇਨਾ ਬੁਲੇਵਾਰਡ ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161, 5306741 327 ਪਰਸੀ ਐਵੀਨਿਊ ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ, ਮੈਂ ਬੋਲਦਾ ਹਾਂ ਮਿਨੀ ਪੰਜਾਬ ਸਰੀ BC ਤੋਂ। ਸਤਿ ਸ੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੀ, ਤਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਉੱਤੇ ਜਿਹੜੀਆਂ ਨਜ਼ਰ ਮਾਰਦੇ ਹਾਂ। ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਜਿਹੜੇ ਆ ਮਰਹੂਮ ਜੌਨ ਮਕੇਨ, ਸੈਨੇਟਰ ਜੌਨ ਮਕੇਨ, ਉਹਨਾਂ ਦੇ ਖਿਲਾਫ ਇੱਕ ਵਾਰੀ ਫਿਰ ਜਿਹੜੀ ਆ ਭੱਦੀ ਸ਼ਬਦਾਵਲੀ ਜਿਹੜੀ ਕਿਤੇ ਨਾ ਕਿਤੇ ਉਹਨਾਂ ਨੇ ਜਿਹੜੀ ਉਹ ਵਰਤੀ, ਅਤੇ ਉਹਨਾਂ ਦਾ ਫਿਰ ਕ੍ਰਿਟਿਸਿਜ਼ਮ ਮਰਨ ਉਪਰੰਤ ਵੀ ਜਿਹੜਾ ਉਹ ਕਰਨੋਂ ਜਿਹੜਾ ਉਹ ਹਟੇ ਨਹੀਂ। ਅਤੇ ਇਸ ਦੇ ਉੱਤੇ ਜਿਹੜੇ ਉਹਨਾਂ ਦੇ ਹੀ ਸਾਥੀ ਜਿਹੜੇ ਹੋਰ ਸੈਨੇਟਰਸ ਆ, ਉਹਨਾਂ ਨੇ ਕਿਹਾ ਆ ਵੀ ਰਾਸ਼ਟਰਪਤੀ ਟਰੰਪ ਨੂੰ ਜਿਹੜੇ ਅਜਿਹਾ ਕਰਨਾ ਜਿਹੜਾ ਉਹ ਸ਼ੋਭਦਾ ਨਹੀਂ ਆ, ਉਹ ਚੰਗਾ ਜਿਹੜਾ ਉਹ ਨਹੀਂ ਲੱਗਦਾ। ਸੈਨੇਟਰ ਇਸਕਾ ਆਈਸਾਕੌਨ ਜਿਹੜੇ ਆ ਉਹਨਾਂ ਨੇ ਜਿਹੜੇ ਜਾਰਜੀਆ ਦੇ ਜਿਹੜੇ ਸੈਨੇਟਰ ਨੇ, ਉਹਨਾਂ ਨੇ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਉਹ ਕਿਹਾ ਆ ਵੀ ਇੱਦਾਂ ਜਿਹੜਾ ਅਟੈਕ ਕਰਨਾ ਤੁਹਾਡੇ ਲਈ ਜਿਹੜੀ ਉਹ ਠੀਕ ਗੱਲ ਨਹੀਂ ਆ। ਅਤੇ ਉਹਨਾਂ ਨੇ ਆਪਣੇ ਜਿਹੜੇ ਸਾਥੀ ਸੈਨੇਟਰ ਜਿਹੜੇ ਮਰਹੂਮ ਜੌਨ ਮਕੇਨ ਆ, ਉਹਨਾਂ ਦਾ ਇਸ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ ਆ। ਇਸ ਨੂੰ ਲੈ ਕੇ ਜਿਹੜੇ ਆ ਕਾਫੀ ਜ਼ਿਆਦਾ ਲੋਕ ਜਿਹੜੇ ਆ ਉਹ ਕਹਿ ਲਓ ਵੀ ਗੁੱਸੇ ਦੇ ਵਿੱਚ ਵੀ ਆ ਵੀ ਰਾਸ਼ਟਰਪਤੀ ਟਰੰਪ ਨੂੰ ਮਰਨ ਉਪਰੰਤ ਵੀ ਜਿਹੜਾ ਆ ਉਹ ਜੌਨ ਮਕੇਨ ਆ ਉਹਨਾਂ ਤੋਂ ਜਿਹੜਾ ਉਹ ਕਹਿਣਾ ਨਹੀਂ ਚਾਹੀਦਾ। ਅਤੇ ਇਹ ਪਹਿਲੇ ਜਿਹੜੇ ਆ ਉਹ ਸੈਨੇਟਰ ਜਿਹੜੇ ਬੋਲੇ ਨੇ ਵੀ ਉਹਨਾਂ ਨੂੰ ਜੌਨ ਮਕੇਨ ਦੇ ਖਿਲਾਫ ਇੱਦਾਂ ਨਹੀਂ ਸੀ ਦੁਬਾਰਾ ਬੋਲਣਾ ਚਾਹੀਦਾ। ਜੀ ਹਾਂ, ਇਸੇ ਤਰ੍ਹਾਂ ਦੂਸਰੀ ਖਬਰ ਜਿਹੜੀ ਆ ਰਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਦੇ ਆਪਣੀ ਜਿਹੜੇ ਟੌਪ ਏਡ ਕੈਲੀਅਨ ਕੌਨਵੇ ਆ, ਉਹਨਾਂ ਦੇ ਹਸਬੈਂਡ ਦੇ ਉਲਟ ਵੀ ਕਾਫੀ ਬਿਆਨਬਾਜ਼ੀ ਕਰਦੇ ਰਹਿੰਦੇ ਆ। ਅਤੇ ਕੱਲ੍ਹ ਉਹਨਾਂ ਨੇ ਇਹ ਕਿਹਾ ਵੀ ਉਹ ਹੀ ਇਜ਼ ਏ ਹਸਬੈਂਡ ਫਰੋਮ ਹੈਲ। ਸੋ ਮੈਨੂੰ ਤਾਂ ਲੱਗਦਾ ਕਿਤੇ ਉਹਨਾਂ ਦਾ ਆਪਸ 'ਚ ਹੀ ਰੌਲਾ ਨਾ ਪੈ ਜਾਏ ਕੈਲੀਅਨ ਕੌਨਵੇ ਦਾ ਅਤੇ ਉਹਦੇ ਹਸਬੈਂਡ ਦਾ, ਕਿਉਂਕਿ ਸਰੋਤਿਆਂ ਨੂੰ ਦੱਸ ਦਈਏ ਜਿਹੜੇ ਜਾਰਜ ਕੌਨਵੇ ਆ ਉਹ ਡੈਮੋਕ੍ਰੇਟਿਕ ਵਿਊਜ਼ ਰੱਖਦੇ ਆ, ਜਦੋਂ ਕਿ ਉਹਨਾਂ ਦੀ ਜਿਹੜੀ ਵਾਈਫ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਟੌਪ ਐਡਵਾਈਜ਼ਰ ਆ। ਬਿਲਕੁਲ। ਸੋ ਉਹਨਾਂ ਨੇ ਜਿਹੜੇ ਜਾਰਜ ਕੌਨਵੇ ਆ ਉਹ ਕਹਿੰਦਾ ਵੀ ਇਹ ਮੈਂਟਲੀ ਇਲ ਆ ਅਤੇ ਹੀ ਸ਼ੁੱਡ ਨਾਟ ਬੀ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਦੇ ਬਾਰੇ। ਅਤੇ ਡੋਨਲਡ ਟਰੰਪ ਨੇ ਜਿੱਦਾਂ ਦੱਸਿਆ, ਹਰਜੋਤ ਜੀ ਨੇ ਉਹਨੂੰ ਜਿਹੜਾ ਹੈਲ ਤੋਂ ਹਸਬੈਂਡ ਫਰੋਮ ਹੈਲ ਜਿਹੜਾ ਉਹ ਦੱਸਿਆ ਆ। ਬਾਕੀ ਦੇਖੋ ਬੜੇ ਪੁਰਾਣੇ ਵਿਆਹ ਦੇ ਨਾਲ ਚਿੱਤਦਾ ਜਿਹੜਾ ਹੋਇਆ ਆ ਕੈਲੀਅਨ ਕੌਨਵੇ ਅਤੇ ਜਾਰਜ ਕੌਨਵੇ ਦਾ। ਅਤੇ ਉਹ ਹੁਣ ਰਾਸ਼ਟਰਪਤੀ ਟਰੰਪ ਨੇ ਤਾਂ ਇੱਥੋਂ ਤੱਕ ਵੀ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਉਹ ਕਹਿ ਦਿੱਤਾ, ਹੁਣ ਇਹ ਨਹੀਂ ਪਤਾ ਇਹ 'ਚ ਕਿੰਨਾ ਕੁ ਸੱਚ ਆ ਅਤੇ ਕਿੰਨਾ ਕੁ ਝੂਠ, ਕਿਉਂਕਿ ਕਈ ਹਜ਼ਾਰ ਜਿਹੜੇ ਝੂਠ ਆ ਰਾਸ਼ਟਰਪਤੀ ਟਰੰਪ ਹੁਣ ਤੱਕ ਆਪਣੇ ਕਾਰਜਕਾਲ ਦੇ ਵਿੱਚ ਜਿਹੜੇ ਬੋਲ ਚੁੱਕੇ ਨੇ। ਅਤੇ ਉਹਨਾਂ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਜੋਬ ਚਾਹੁੰਦਾ ਸੀਗਾ, ਪਰ ਜਿਹੜੀ ਆ ਮੈਂ ਉਹਨੂੰ ਜਾਣਦਾ ਨਹੀਂ ਅਤੇ ਉਸ ਨੂੰ ਜੋਬ ਜਿਹੜੀ ਉਹ ਦਿੱਤੀ ਨਹੀਂ, ਇਸ ਲਈ ਉਹ ਬਹੁਤ ਜ਼ਿਆਦਾ ਐਂਗਰੀ ਆ ਅਤੇ ਜੈਲਸ ਆਪਣੀ ਵਾਈਫ ਤੋਂ, ਇਸ ਕਰਕੇ ਇੱਦਾਂ ਦੀ ਜਿਹੜੀ ਬਿਆਨਬਾਜ਼ੀ ਆ ਉਹ ਕਰਦਾ ਰਹਿੰਦਾ ਆ। ਪਰ ਆਪਾਂ ਦੇਖਿਆ ਹੀ ਆ ਵੀ ਇਹਨਾਂ ਦੀ ਮਾਨਸਿਕਤਾ ਵੀ ਜਿਹੜੇ ਮਰਨ ਉਪਰੰਤ ਸੈਨੇਟਰਸ ਨੂੰ ਤੱਕ ਨਹੀਂ ਜਿਹੜਾ ਆ
ਉਹ ਬੋਲਣੋਂ ਉਹਨਾਂ ਦੇ ਖਿਲਾਫ ਹਟਦੇ ਜੀ। ਅਗਲੀ ਖਬਰ ਜਿਹੜੀ ਨਿਊਜ਼ੀਲੈਂਡ ਤੋਂ ਆ ਰਹੀ ਆ, ਨਿਊਜ਼ੀਲੈਂਡ ਦੇ ਵਿੱਚ ਜਿਹੜੇ ਉੱਥੇ ਦੇ ਪੁਲਿਸ ਦੇ ਚੀਫ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਸ ਅੱਤਵਾਦੀ ਨੇ 2 ਮਸਜਿਦਾਂ ਦੇ ਵਿੱਚ 51 ਲੋਕਾਂ ਨੂੰ ਗੋਲੀਆਂ ਨਾਲ ਮਾਰਿਆ ਸੀ, ਤੇ ਉਹਦੀ ਕਹਿੰਦੇ ਆਲਰੇਡੀ ਪਲਾਨ ਸੀ ਵੀ ਤੀਜੀ ਜਗ੍ਹਾ ਦੇ ਉੱਤੇ ਜਾ ਕੇ ਵੀ ਉਸਨੇ ਅਟੈਕ ਕਰਨਾ ਸੀ, ਜਿਹਦੇ ਬਾਰੇ ਉਹਨਾਂ ਨੇ ਡਿਟੇਲ ਦੇਣ ਤੋਂ ਨਾ ਕਰ ਦਿੱਤੀ ਆ। ਕਹਿੰਦੇ ਵੀ ਉਹਦੇ ਨਾਲ ਲੋਕ ਜਿਹੜੇ ਆ ਹੋਰ ਘਬਰਾ ਜਾਊਗੇ, ਪਲੱਸ ਅਸੀਂ ਉਸ ਬੰਦੇ ਨੂੰ ਰਸਤੇ ਦੇ ਵਿੱਚ ਰੋਕ ਲਿਆ। ਤੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਜਸਿੰਡਾ ਆਰਡਨ ਇੱਕ ਵਾਰੀ ਫਿਰ ਕ੍ਰਾਈਸਟ ਚਰਚ, ਜਿਹੜਾ ਇਹ ਟਾਊਨ ਦਾ ਨਾਂ ਆ, ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਭੁਲੇਖਾ ਪਿਆ ਸੀ ਵੀ ਸ਼ਾਇਦ ਚਰਚ ਦੇ ਵਿੱਚ ਸ਼ੂਟਿੰਗ ਹੋਈ ਆ। ਕ੍ਰਾਈਸਟ ਚਰਚ ਇਹ ਇੱਕ ਟਾਊਨ ਆ, ਸ਼ਹਿਰ ਆ, ਜਿਹਦੇ ਵਿੱਚ ਜਿਹੜੀ ਮਸਜਿਦਾਂ ਸੀਗੀਆਂ ਜਿੱਥੇ ਜਿਨ੍ਹਾਂ 'ਤੇ ਹਮਲਾ ਹੋਇਆ, ਉੱਥੇ ਦੂਸਰੀ ਵਾਰੀ ਫਿਰ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਜਸਿੰਡਾ ਆਰਡਨ ਉਹ ਜਿਹੜੇ ਵਿਕਟਮ ਸੀਗੇ ਉਹਨਾਂ ਨੂੰ ਫਿਰ ਮਿਲਣ ਗਈ। ਅਤੇ ਸਭ ਤੋਂ ਇੱਕ ਪਹਿਲੇ ਜਿਹੜੇ ਉੱਥੇ ਜਿਹੜੇ ਗੋਲੀਬਾਰੀ ਦੇ ਵਿੱਚ ਜਿਹੜੇ ਮਾਰੇ ਗਏ ਜਿਹੜੇ ਇੱਕ ਮੁਸਲਿਮ ਭਰਾ ਸੀ, ਉਹਨਾਂ ਨੂੰ ਜਿਹੜਾ ਆ ਉਹਨਾਂ ਦਾ ਫਿਊਨਰਲ ਕੀਤਾ ਗਿਆ। ਅਤੇ ਬਾਕੀ ਜਿਹੜੇ ਪਰਿਵਾਰ ਆ ਉਹ ਵੀ ਕਾਫੀ ਅਪਸੈਟ ਨਜ਼ਰ ਆ ਰਹੇ ਵੀ ਜਿਹੜਾ ਉੱਥੇ ਦੀ ਇਨਵੈਸਟੀਗੇਸ਼ਨ ਏਜੰਸੀਜ਼ ਹੈਗੀਆਂ ਆ, ਜਿੰਨੀਆਂ ਵੀ ਬੋਡੀਜ਼ ਆ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲਾ ਰਹੀਆਂ ਹੈਗੀਆਂ। ਜਦੋਂ ਕਿ ਮੁਸਲਮਾਨ ਧਰਮ 'ਚ ਤੁਹਾਨੂੰ ਪਤਾ ਹੀ ਆ ਵੀ ਜੇ ਕਿਸੇ ਦੀ ਡੈਥ ਹੋ ਜਾਂਦੀ ਆ ਉਹਦਾ ਉਸੇ ਦਿਨੇ ਸੰਸਕਾਰ ਕਰ ਦਿੱਤਾ ਜਾਂਦਾ ਆ। ਸੋ ਹੁਣ ਕਾਫੀ ਲੰਮਾ ਸਮਾਂ ਹੋ ਰਿਹਾ, ਇਸ ਕਰਕੇ ਜਿਹੜੇ ਪਰਿਵਾਰ ਆ ਉਹ ਵੀ ਜ਼ਿਆਦਾ ਫਰਸਟ੍ਰੇਟਡ ਹੋਏ ਹੈਗੇ ਆ। ਪਹਿਲੀ ਵਾਰੀ ਜਿਹੜੀ ਆ ਆਰਡਨ ਉੱਥੇ ਦੀ ਪ੍ਰਾਈਮ ਮਿਨਿਸਟਰ, ਉਸਨੇ ਪਾਰਲੀਮੈਂਟ ਦੇ ਵਿੱਚ ਜਦੋਂ ਆਪਣੀ ਭਾਸ਼ਣ ਦਿੱਤਾ ਉਹਦੇ 'ਚ ਕਿਹਾ ਵੀ ਇਹ ਡਾਰਕੈਸਟ ਡੇ ਸੀ ਸਾਡੀ ਹਿਸਟਰੀ ਦੇ ਵਿੱਚ। ਅਤੇ ਇਸ ਸ਼ੁੱਕਰਵਾਰ ਨੂੰ ਫਿਰ ਉਹ ਕਹਿੰਦੇ ਵੀ ਪੂਰੇ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਕੁਛ ਸੈਕਿੰਡ ਦਾ ਮੌਨ ਵਰਤ ਜਿਹੜਾ ਰੱਖਿਆ ਜਾਊਗਾ, ਅਤੇ ਤਾਂ ਕਿ ਜਿਹੜਾ ਪੂਰੇ ਜਿਹੜੇ ਵਿਕਟਮਸ ਆ ਉਹਨਾਂ ਨੂੰ ਯਾਦ ਰੱਖਿਆ ਜਾਵੇ। ਇੱਕ ਵਾਰੀ ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਉਹ ਅੱਤਵਾਦੀ ਆ ਉਸ ਦਾ ਨਾਮ ਵੀ ਕਿਤੇ ਨਹੀਂ ਮੈਂਸ਼ਨ ਕੀਤਾ ਜਾਊਗਾ, ਜਿਹੜਾ ਕਿ ਉਹ ਆਪਣਾ ਨਾਂ ਚਮਕਾਉਣਾ ਚਾਹੁੰਦਾ ਸੀ, ਅਤੇ ਨਿਊਜ਼ੀਲੈਂਡ ਉਸ ਬੰਦੇ ਨੂੰ ਨਾਮ ਵੀ ਨਹੀਂ ਦੇਗਾ ਅਤੇ ਉਸ ਦਾ ਉਹਨੇ ਨਾਮ ਲਿਆ ਵੀ ਨਹੀਂ। ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰਦੇ ਹਾਂ। ਨੋਵਾਟੋ ਜਿਹੜੀ ਨੋਵਾਟਾ ਕਾਊਂਟੀ ਓਕਲਾਹੋਮਾ ਦੇ ਵਿੱਚ ਆ, ਉੱਥੇ ਦੇ ਜਿਹੜੇ ਕਾਊਂਟੀ ਦੇ ਜਿਹੜੇ ਸ਼ੈਰਿਫ ਅਤੇ ਅੰਡਰ ਸ਼ੈਰਿਫ ਆ, ਉਹਨਾਂ ਦੇ ਅਤੇ ਨਾਲ ਜਿਹੜੇ ਉਸ ਮਹਿਕਮੇ ਦੇ ਅੱਧੇ ਜਿਹੜੇ ਡੈਪਟੀਜ਼ ਆ, ਉਹਨਾਂ ਨੇ ਕੱਲ੍ਹ ਜਿਹੜਾ ਰਿਜ਼ਾਈਨ ਕਰ ਦਿੱਤਾ। ਇਹ ਮਸਲਾ ਜਿਹੜਾ ਆ ਇਹ ਬਣਿਆ ਪਿਆ ਸੀਗਾ, ਉੱਥੇ ਦੀ ਇੱਕ ਅਦਾਲਤ ਨੇ ਜਿਹੜਾ ਉੱਥੇ ਬੰਦ ਪਿਆ ਸੀਗਾ ਜਿਹੜਾ ਕਹਿ ਲਓ ਵੀ ਜੇਲ੍ਹ ਆ, ਉਸ ਨੂੰ ਦੁਬਾਰਾ ਖੋਲ੍ਹਣ ਦੀ ਜਿਹੜੀ ਆ ਉਹ ਗੱਲ ਆਖੀ ਸੀ। ਪਰ ਜਿਹੜੇ ਇਹ ਸ਼ੈਰਿਫ ਅਤੇ ਜਿਹੜੇ ਡਿਪਟੀ ਸ਼ੈਰਿਫ ਅਤੇ ਉਹਨਾਂ ਦੇ ਜਿਹੜੇ ਬਾਕੀ ਹੋਰ ਡਿਪਟੀਜ਼ ਆ, ਉਹਨਾਂ ਨੇ ਜਿਹੜਾ ਆਖਿਆ ਵੀ ਇਸ ਜਿਹੜੀ ਜੇਲ੍ਹ ਦੇ ਹਾਲਾਤ ਬਹੁਤ ਜ਼ਿਆਦਾ ਬੱਤਰ ਨੇ। ਕਾਰਬਨ ਮੋਨੋਆਕਸਾਈਡ ਦੇ ਲੈਵਲ ਜਿਹੜੇ ਉਹ ਲੀਥਲ ਨੇ, ਕੌਨਸਟੀਟਿਊਸ਼ਨਲ ਕਹਿੰਦੇ ਸਟੈਂਡਰਡਸ ਦੇ ਨਾਲ ਜਿਹੜਾ ਇਹ ਕੰਪਲਾਈ ਜਿਹੜਾ ਆ ਉਹ ਨਹੀਂ ਕਰਦੇ। ਨਹਾਉਣ ਵਾਲੀਆਂ ਥਾਵਾਂ ਦੇ ਉੱਤੇ ਜਿਹੜੀ ਇਲੈਕਟ੍ਰੀਕਲ ਵਾਇਰਿੰਗ ਆ ਉਹ ਉੱਥੇ ਨੰਗੀ ਹੋਈ ਹੈਗੀ ਆ, ਉੱਥੇ ਕਿਸੇ ਨੂੰ ਸ਼ੌਕ ਲੱਗਣ ਦਾ ਡਰ ਹੋ ਸਕਦਾ ਆ। ਅਤੇ ਕਹਿੰਦੇ ਅਸੀਂ ਆਪਣੇ ਜਿਹੜੇ ਇਸ ਜ਼ਮੀਰ ਦੀ ਆਵਾਜ਼ ਨੂੰ ਦੇਖਦੇ ਹੋਏ ਅਸੀਂ ਇਸ ਦੁਬਾਰਾ ਜੇਲ੍ਹ ਨੂੰ ਜਿਹੜਾ ਦੁਬਾਰਾ ਆ ਉਹ ਨਹੀਂ ਖੋਲ੍ਹ ਸਕਦੇ, ਅਤੇ ਜੇ ਤੁਸੀਂ ਸਾਡੇ ਤੋਂ ਚਾਹੁੰਦੇ ਆ ਵੀ ਇਹ ਖੋਲ੍ਹਣਾ ਹੀ ਖੋਲ੍ਹਣਾ, ਤੁਸੀਂ ਹਟਣਾ ਨਹੀਂ ਆ, ਅਤੇ ਫਿਰ ਅਸੀਂ ਇਸ ਪਦ ਦੇ ਉੱਤੇ ਵੀ ਜਿਹੜਾ ਉਹ ਨਹੀਂ ਰਹਿਣਾ ਚਾਹੁੰਦੇ। ਸੋ ਇਹ ਜਿਹੜਾ ਉੱਥੇ ਮਸਲਾ ਜਿਹੜਾ ਬਣਿਆ ਪਿਆ ਆ, ਅਤੇ ਇਸ ਕਰਕੇ ਉੱਦਾਂ ਇਹ ਆ ਹਰਜੋਤ ਸਿੰਘ ਜੀ ਵੀ ਉੱਥੋਂ ਦੇ ਜਿਹੜੇ ਸ਼ੈਰਿਫ ਜਿਹੜੀ ਸਿਊ ਬਾਰਨੈਟ ਅਤੇ ਉਹਨਾਂ ਦੇ ਜਿਹੜੇ ਸਾਥੀ ਆ, ਉਹਨਾਂ ਨੂੰ ਵਾਹਵਾ ਜਿਹੜੀ ਆ ਉਹ ਖੱਟ ਰਹੇ ਆ ਵੀ ਚਾਹੇ ਉਹ ਕੈਦੀ ਹੋਈ ਨੇ, ਕੈਦੀਆਂ ਦੇ ਲਈ ਜੇਲ੍ਹ ਜਿਹੜੀ ਉਹ ਖੋਲ੍ਹ ਕੇ ਉਹਦੇ ਵਿੱਚ ਕੈਦੀ ਹੋਈ ਰੱਖਣੇ ਸੀ, ਪਰ ਫਿਰ ਵੀ ਇਨਸਾਨੀ ਕਦਰਾਂ ਕੀਮਤਾਂ ਨੂੰ ਦੇਖਦੇ ਹੋਏ ਉਹਨਾਂ ਦੀ ਫਿਰ ਵੀ ਕਹਿ ਲਓ ਵੀ ਭਲਾਈ ਬਾਰੇ ਹੀ ਜਿਹੜਾ ਉਹ ਸੋਚ ਰਹੇ ਨੇ, ਅਤੇ ਇਹਨਾਂ ਨੇ ਜਿਹੜਾ ਇੱਕ ਸਟੈਂਡ ਆ ਇਸ ਟਾਈਮ ਉੱਥੇ ਲਿਆ ਹੋਇਆ ਆ। ਉੱਥੋਂ ਦੇ ਜਿਹੜੇ ਕਾਊਂਟੀ ਦੇ ਕਮਿਸ਼ਨਰ ਆ ਉਹਨਾਂ ਦੇ ਨਾਲ ਵੀ ਕਹਿੰਦੇ ਆ ਵੀ ਗੱਲਬਾਤ ਜਦੋਂ ਕਰ ਰਹੇ ਸੀ ਤਾਂ ਬੜੀ ਕਨਫਿਊਜ਼ਨ ਜੀ ਉੱਥੇ ਬਣੀ ਹੋਈ ਸੀ, ਪਰ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਵਾਕਿਆ ਹੀ ਜਿਹੜੇ ਸ਼ੈਰਿਫ ਅਤੇ ਉਹਨਾਂ ਦੇ ਜਿਹੜੇ ਸਾਥੀਆਂ ਨੇ ਇਸ ਟਾਈਮ ਰਿਜ਼ਾਈਨ ਜਿਹੜੇ ਉਹ ਕੀਤੇ ਹੋਏ ਨੇ। ਰੈਜ਼ਿਗਨੇਸ਼ਨ ਅਸੈਪਟ ਕਰਨਗੇ ਨਹੀਂ ਕਰਨਗੇ ਇਹ ਇੱਕ ਵੱਖਰਾ ਜਿਹੜਾ ਮਸਲਾ ਆ। ਐਟਲੀਸਟ ਉਹਨਾਂ ਨੇ ਇੱਕ ਵਾਰੀ ਲਾਈਮ ਲਾਈਟ ਦੇ ਵਿੱਚ ਇਸ ਚੀਜ਼ ਨੂੰ ਲਿਆਂਦਾ ਆ ਵੀ ਦੇਖੋ ਜੱਜ ਨੇ ਆਰਡਰ ਤਾਂ ਦਿੱਤੇ ਆ, ਪਰ ਇਹ ਚੀਜ਼ ਨੇ ਜਾਣਦੇ ਹੋਏ ਵੀ ਉੱਥੇ ਦੇ ਹਾਲਾਤ ਕਿੰਨੇ ਮਾੜੇ ਆ, ਫਿਰ ਵੀ ਜਿਹੜੇ ਜੱਜ ਨੇ ਆਰਡਰ ਉਹ ਦਿੱਤੇ ਆ, ਪਰ ਇਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ
ਉਸ ਨੂੰ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਅਗਲੀ ਖਬਰ ਵੱਲ ਆਈਏ, ਜਿਹੜੀ ਯੂਨਾਈਟਿਡ ਨੇਸ਼ਨਸ ਆ ਉਹਨਾਂ ਵੱਲੋਂ ਅੱਜ ਮਾਰਚ 20 ਨੂੰ ਇੱਕ ਇੰਟਰਨੈਸ਼ਨਲ ਡੇ ਆਫ ਹੈਪੀਨੈਸ ਡਿਕਲੇਅਰ ਕੀਤਾ ਗਿਆ ਅਤੇ ਉਹਨਾਂ ਨੇ ਵਰਲਡ ਹੈਪੀਨੈਸ ਰਿਪੋਰਟ ਜਿਹੜੀ ਆ ਡਿਕਲੇਅਰ ਕੀਤੀ ਆ ਵੀ ਦੁਨੀਆ ਦੇ ਵਿੱਚ ਕਿਹੜੇ ਮੁਲਕ ਸਭ ਤੋਂ ਜ਼ਿਆਦਾ ਖੁਸ਼ ਹੈਗੇ ਆ। ਸੁਪਰ ਪਾਵਰਸ ਖੁਸ਼ ਨਹੀਂ ਹੈਗੀਆਂ। ਸੋ ਵਰਲਡ ਦੇ ਹੈਪੀਐਸਟ ਕੰਟਰੀ ਜਿਹੜੇ ਉਹਨਾਂ ਨੇ ਡਿਕਲੇਅਰ ਕੀਤੇ, ਪਹਿਲੇ ਨੰਬਰ 'ਤੇ ਫਿਨਲੈਂਡ ਆਇਆ ਹੈਗਾ, ਦੂਜੇ 'ਤੇ ਡੈਨਮਾਰਕ, ਤੀਜੇ 'ਤੇ ਨਾਰਵੇ, ਚੌਥੇ 'ਤੇ ਆਈਸਲੈਂਡ, ਪੰਜਵੇਂ 'ਤੇ ਨੀਦਰਲੈਂਡ, ਛੇਵੇਂ 'ਤੇ ਸਵਿਟਜ਼ਰਲੈਂਡ ਅਤੇ ਕੈਨੇਡਾ ਜਿਹੜਾ ਆ 9ਵੇਂ ਨੰਬਰ 'ਤੇ ਆਇਆ ਹੈਗਾ ਆ। ਅਤੇ US ਜਿਹੜਾ ਆ ਸਾਡਾ ਮੁਲਕ 19ਵੇਂ ਨੰਬਰ 'ਤੇ ਆਇਆ। ਸੋ ਵਰਲਡ ਦੀਆਂ ਜਿਹੜੀਆਂ ਸਭ ਤੋਂ ਲੀਸਟ ਹੈਪੀ ਕੰਟਰੀ, ਜਿੱਥੇ ਜਮੋਂ ਹੀ ਕਹਿੰਦੇ ਖੁਸ਼ੀ ਨਹੀਂ ਹੈਗੀ, ਉਹਨਾਂ 'ਚ ਸਾਊਥ ਸੁਡਾਨ ਪਹਿਲੇ 'ਤੇ, ਦੂਜੇ 'ਤੇ ਸੈਂਟਰਲ ਅਫਰੀਕਨ ਰਿਪਬਲਿਕ, ਤੀਜੇ 'ਤੇ ਅਫਗਾਨਿਸਤਾਨ, ਚੌਥੇ 'ਤੇ ਤੰਜ਼ਾਨੀਆ, ਪੰਜਵੇਂ 'ਤੇ ਰਵਾਂਡਾ। ਸੋ ਤੁਸੀਂ ਦੇਖ ਸਕਦੇ ਆ ਸੀਰੀਆ, ਬੋਸਟਵਾਨਾ, ਹੇਟੀ, ਜਿੱਥੇ ਅਨਰੈਸਟ ਬਹੁਤ ਜ਼ਿਆਦਾ ਆ। ਸੋ ਉਹ ਜਿਹੜੇ ਆ ਅਨਹੈਪੀ ਕੰਟਰੀ 'ਚ ਆਏ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਸੈਨ ਫਰਾਂਸਿਸਕੋ ਦੇ ਫੈਡਰਲ ਕੋਰਟ ਦੀ ਇੱਕ ਜਿਊਰੀ ਨੇ ਕੱਲ੍ਹ ਇੱਕ ਵੱਡੀ ਡਿਸੀਜਨ ਜਿਹੜਾ ਉਹ ਲਿਆ ਆ। ਉਹਨਾਂ ਨੇ ਜਿਹੜੀ ਬਾਇਰ ਦੀ ਇੱਕ ਜਿਹੜੀ ਕੰਪਨੀ, ਉਹਨਾਂ ਦਾ ਇੱਕ ਜਿਹੜਾ ਵੀਡ ਕਿਲਰ ਰਾਉਂਡ ਅਪ ਕਰਕੇ ਜਿਹੜਾ ਹੈਗਾ ਆ, ਉਸ ਮਾਮਲੇ ਦੇ ਵਿੱਚ ਯੂਨੈਨਿਮਸ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਇਹ ਡਿਸੀਜਨ ਲਿਆ ਵੀ ਇਹਨਾਂ ਦਾ ਹੀ ਕਿਤੇ ਨਾ ਕਿਤੇ ਫਾਲਟ ਸੀਗਾ, ਜਿਸ ਕਰਕੇ ਜਿਹੜਾ ਉਹਨਾਂ ਦਾ ਪਲੈਂਟਿਫ ਜਿਹੜਾ ਵਿਕਟਮ ਕਹਿ ਰਿਹਾ, ਪੀੜਤ ਐਡਨ ਹਾਰਡਮੈਨ ਆ, ਵੀ ਉਸ ਨੂੰ ਕੈਂਸਰ ਹੋਇਆ ਆ। ਇਸ ਤੋਂ ਪਹਿਲਾਂ ਵੀ ਜਿਹੜਾ ਆ ਮਨਸੈਂਟੋ ਦੀ ਜਿਹੜੀ ਇਹ ਬਾਇਰ ਜਿਸ ਨੇ ਅਕਵਾਇਰ ਜਿਹੜਾ ਕਰ ਲਿਆ ਸੀਗਾ ਮਨਸੈਂਟੋ ਨੂੰ, ਵੀ ਰਾਉਂਡ ਅਪ ਦੇ ਜਿਹੜੇ ਸਵੀਡ ਕਿਲਰ ਦੇ ਕਰਕੇ ਪਹਿਲਾਂ ਵੀ ਜਿਹੜਾ ਉਹ ਕੈਂਸਰ ਹੋਇਆ ਆ। ਅਤੇ ਹੁਣ ਕਹਿੰਦੇ ਵੀ ਕਿੰਨੇ ਡਾਲਰ ਜਿਹੜੇ ਦਿੱਤੇ ਜਾਣਗੇ, ਇਸ ਦੇ ਬਾਰੇ ਜਲਦ ਹੀ ਜਿਹੜਾ ਡਿਸੀਜਨ ਆ ਉਹ ਲਿਆ ਜਾਊਗਾ। ਪਹਿਲੇ ਫੈਸਲੇ ਦੇ ਵਿੱਚ 63 ਜਿਹੜੇ ਆ ਕਾਫੀ ਜਿਹੜੇ ਕਈ ਮਿਲੀਅਨ ਡਾਲਰ, ਮਾਫੀ ਚਾਹੁੰਦਾ, ਵੀ ਉਹਨਾਂ ਨੂੰ ਜਿਹੜੇ ਉਦੋਂ ਦੇਣੇ ਪਏ ਸੀਗੇ। ਸੋ ਇਸ ਟਾਈਮ ਕਹਿੰਦੇ ਆ ਵੀ ਕੁੱਲ 11,200 ਰਾਉਂਡ ਅਪ ਦੇ ਜਿਹੜੇ ਆ ਉਹ ਕੇਸ ਉਹਨਾਂ ਦੇ ਖਿਲਾਫ ਇਸ ਟਾਈਮ ਚੱਲ ਰਹੇ ਹੈਗੇ ਨੇ, ਅਤੇ ਅਜੇ ਦੂਜਾ ਹੀ ਕੇਸ ਸੀਗਾ ਜਿਹੜਾ ਟਰਾਇਲ ਦੇ ਵਿੱਚ ਗਿਆ ਸੀਗਾ। ਸੋ ਕੈਲੀਫੋਰਨੀਆ ਦਾ ਇੱਕ ਹੋਰ ਬੰਦਾ, ਉਸਨੂੰ ਅਗਸਤ ਦੇ ਵਿੱਚ 299 ਮਿਲੀਅਨ ਡਾਲਰ ਜਿਹੜੇ ਆ ਉਹ ਕੋਰਟ ਦੀ ਜਿਊਰੀ ਦੇ ਦੁਆਰਾ ਜਿਹੜੇ ਉਹ ਦਿੱਤੇ ਗਏ ਸੀਗੇ, ਅਤੇ ਬਾਅਦ ਦੇ ਵਿੱਚ ਉਸ ਨੂੰ ਘਟਾ ਕੇ 78 ਮਿਲੀਅਨ ਡਾਲਰ ਜਿਹੜੇ ਆ ਉਹ ਕਰ ਦਿੱਤੇ ਗਏ ਸੀ, ਜਦੋਂ ਬਾਇਰ ਕੰਪਨੀ ਦੇ ਦੁਆਰਾ ਜਿਹੜੇ ਆ ਉਹ ਦੁਬਾਰਾ ਉਹਨਾਂ ਨੇ ਇਹ ਜਿਹੜਾ ਹਰਜੋਤ ਸਿੰਘ ਜੀ ਉਸ ਦੇ ਉੱਤੇ ਰਿਪੀਲ ਕੀਤੀ ਸੀਗੀ। ਸੋ ਰਾਉਂਡ ਅਪ ਜਿਹੜਾ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਜਿਹੜਾ ਬੁਰੀ ਤਰ੍ਹਾਂ ਜਿਹੜਾ ਹੁਣ ਫਸਿਆ ਹੈਗਾ ਆ, ਅਤੇ ਉਹਨਾਂ ਦੇ ਜਿਹੜੇ ਦੇਖੋ ਹਰਜੋਤ ਸਿੰਘ ਜੀ ਜਿਹੜੇ ਵੀਡ ਕਿਲਰ ਆ ਉਹਦੇ ਕਰਕੇ ਲੋਕਾਂ ਨੂੰ ਜਿਹੜਾ ਉਹ ਕੈਂਸਰ ਹੋ ਗਿਆ। 11,000 ਕੇਸਾਂ ਦੇ ਵਿੱਚ ਉਹ ਜੇ 2 ਕੇਸ ਹੋਏ ਆ, ਅਤੇ ਦੋਨਾਂ ਦੇ ਵਿੱਚ ਇਹਨਾਂ ਨੂੰ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਆ। ਅਤੇ ਜਿਹੜਾ ਪਲੈਂਟਿਫ ਹੈਗਾ ਆ ਉਹਨਾਂ ਨੂੰ ਜਿਹੜਾ ਆ ਜਿਊਰੀ ਨੇ ਜਿਹੜਾ ਅਵਾਰਡ ਕੀਤਾ ਆ ਵੀ ਇਹਨਾਂ ਦੇ ਕਰਕੇ ਹੀ ਜਿਹੜਾ ਆ ਉਹ ਉਹਨਾਂ ਨੂੰ ਕੈਂਸਰ ਹੋਇਆ। ਅਤੇ ਜਿਹੜਾ ਪਹਿਲਾ ਬੰਦਾ ਸੀਗਾ ਹਰਜੋਤ ਸਿੰਘ ਜੀ, ਉਹ ਇੱਕ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਕੰਮ ਕਰਦਾ ਸੀ, ਅਤੇ ਉਹ ਸਪਰੇਅ ਵਗੈਰਾ ਕਰਦਾ ਹੁੰਦਾ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਉਹ ਕਿਹਾ ਸੀਗਾ ਵੀ ਮੈਨੂੰ ਜਿਹੜਾ ਕੈਂਸਰ ਆ ਇਸ ਦੇ ਵਰਤਣ ਕਰਕੇ ਜਿਹੜਾ ਉਹ ਹੋਇਆ ਹੈਗਾ ਆ। ਅੱਜ ਤੋਂ 19 ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਚੱਟੀ ਸਿੰਘਪੁਰਾ ਟਾਊਨ ਦੇ ਵਿੱਚ ਜਿਹੜਾ ਆ ਕਾਫੀ ਵੱਡੀ ਗਿਣਤੀ ਦੇ ਵਿੱਚ 35 ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ, ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਜਿਹੜੇ ਆ ਇੰਡੀਆ ਵਿਜ਼ਿਟ ਕਰਨ ਜਾ ਰਹੇ ਸੀਗੇ, ਅਤੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਦੌਰੇ 'ਤੇ ਸੀਗੇ, ਅਤੇ ਉਹਨਾਂ ਨੇ ਆਪਣੇ ਜਿਹੜੀ ਇੱਕ ਜਿਹੜਾ ਮੈਮੋਇਰ ਲਿਖਿਆ ਆ ਉਹਦੇ ਵਿੱਚ ਉਹਨਾਂ ਨੇ ਵੀ ਇਹ ਲਿਖਿਆ, ਦ ਮਾਈਟੀ ਐਂਡ ਦ ਆਲ ਮਾਈਟੀ ਦੇ ਵਿੱਚ ਉਹ ਲਿਖਦੇ ਆ ਵੀ ਜਦੋਂ ਮੈਂ ਵਿਜ਼ਿਟ ਕਰ ਰਿਹਾ ਸੀ 2000 ਸੰਨ ਦੇ ਵਿੱਚ ਜਿਹੜੇ ਇਨੋਸੈਂਟ ਸਿੱਖ ਆ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੀ, ਅਗਰ ਮੈਂ ਨਾ ਜਾਂਦਾ ਤਾਂ ਸ਼ਾਇਦ ਉਹਨਾਂ ਦਾ ਕਤਲ ਨਾ ਹੁੰਦਾ। ਅੱਜ ਤੱਕ 19 ਸਾਲ ਹੋ ਗਏ ਆ, ਹਜੇ ਵੀ ਜਿਹੜੇ ਆ ਕੋਈ ਉਸ ਦੀ ਇਨਵੈਸਟੀਗੇਟਰ ਰਿਪੋਰਟ ਉੱਥੇ ਦੀ ਸਰਕਾਰ ਵੱਲੋਂ ਨਹੀਂ ਕੀਤੀ ਗਈ। 6 ਅਣਪਛਾਤੇ ਨੌਜਵਾਨ ਜਿਹੜੇ ਸੀ ਆਮ ਲੋਕ, ਉਹਨਾਂ ਨੂੰ ਫੜ ਕੇ ਜਿਹੜੇ ਆ ਅੱਤਵਾਦੀ ਦੱਸ ਕੇ ਮਾਰ ਦਿੱਤਾ ਗਿਆ ਸੀ, ਅਤੇ ਉਹਨਾਂ ਦੀਆਂ ਬੋਡੀਆਂ ਜਿਹੜੀਆਂ ਦੱਬ ਦਿੱਤੀਆਂ ਗਈਆਂ ਸੀ ਵੀ ਇਹਨਾਂ ਨੇ ਕਤਲ ਕੀਤੇ ਆ, ਮੁਸਲਮਾਨ ਭਾਈਚਾਰੇ ਦੇ ਲੋਕ ਸੀ। ਪਰ
ਬਾਅਦ ਦੇ ਵਿੱਚ ਜਦੋਂ ਉਹਨਾਂ ਦੀਆਂ ਬੋਡੀਆਂ ਵੀ ਰਿਮੂਵ ਕੀਤੀਆਂ ਗਈਆਂ, ਇਨਵੈਸਟੀਗੇਸ਼ਨ ਹੋਈ, ਉਹ ਕਹਿੰਦੇ ਵੀ ਬਿਨਾਂ ਕਿਸੇ ਗੱਲ ਤੋਂ ਫੜ ਕੇ ਮਾਰੇ ਗਏ ਸੀ, ਉਹਨਾਂ ਦਾ ਇਸ ਕਤਲੇਆਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਸੋ ਆਪਾਂ ਉਹ ਸਾਰੇ ਜਿਹੜੇ ਸਿੱਖ ਜਿਹੜੇ ਸ਼ਹੀਦ ਹੋਏ ਆ ਬਿਨਾਂ ਕਿਸੇ ਗੱਲ ਤੇ, ਘਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੇ ਇੱਕ ਜਗ੍ਹਾ ਲੈ ਗਏ ਸੀ ਸਕੂਲ 'ਚ, ਉੱਥੇ ਪਿੱਛੇ ਬਾਹਾਂ ਬੰਨ੍ਹ ਕੇ ਗੋਲੀਆਂ ਮਾਰੀਆਂ, ਉਹਨਾਂ ਨੂੰ ਯਾਦ ਕਰਨਾ ਚਾਹੀਦਾ ਜ਼ਰੂਰ। ਜੀ ਬਿਲਕੁਲ। ਸੋ ਉਹਦੇ ਵਿੱਚ ਤਾਂ ਇਹੀ ਜਿਹੜੀ ਹਰਜੋਤ ਸਿੰਘ ਦੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਵੀ ਉਦੋਂ ਭਾਰਤੀ ਫੌਜ ਹੀ ਉਸ ਦੇ ਵਿੱਚ ਇਨਵੋਲਵ ਸੀਗੀ, ਜਿਹੜੇ 36 ਸਿੰਘਪੁਰਾ ਦੇ ਵਿੱਚ ਜਿਹੜਾ ਇਹ ਦੁਖਾਂਤ ਉਦੋਂ ਵਾਪਰਿਆ ਸੀ, ਇੱਕ ਜਿਹੜਾ ਸਿੱਖਾਂ ਦਾ ਕਤਲੇਆਮ ਉਦੋਂ ਹੋਇਆ ਸੀਗਾ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਕਰਦੇ ਆ, ਜਰਮਨੀ ਤੋਂ ਜਿਹੜੀ ਖਬਰ ਆ ਰਹੀ ਆ, ਜਰਮਨੀ ਦੇ ਵਿੱਚ US ਦੇ ਜਿਹੜੇ ਅੰਬੈਸਡਰ ਰਿਚਰਡ ਗ੍ਰੈਨਲ, ਉਹਨਾਂ ਦੇ ਖਿਲਾਫ ਜਿਹੜੇ ਜਰਮਨੀ ਵਾਲੇ ਕਾਫੀ ਨਾਖੁਸ਼ ਨੇ ਅਤੇ ਉਹਨਾਂ ਨੇ ਕਿਹਾ ਵੀ ਇਸ ਨੂੰ ਤੁਰੰਤ ਜਿਹੜਾ ਆ ਐਕਸਪੈਲ ਜਿਹੜਾ ਆ ਉਹ ਕਰਨਾ ਚਾਹੀਦਾ ਆ। ਅਤੇ US ਅੰਬੈਸਡਰ ਰਿਚਰਡ ਜਿਹੜਾ ਗ੍ਰੈਨਲ, ਉਸ ਨੇ ਬਾਰ ਇਹੀ ਜਿਹੜੀਆਂ ਕਈ ਗੱਲਾਂ ਜਿਹੜੀਆਂ ਉੱਥੋਂ ਦੇ ਜਿਹੜੇ ਵਿਰੋਧਾਭਾਸ ਦੇ ਹਿਸਾਬ ਦੇ ਨਾਲ ਜਿਹੜੀਆਂ ਕੀਤੀਆਂ ਆ, ਫੇਕ ਨਿਊਜ਼ ਲੈ ਕੇ ਜਿਹੜੀਆਂ ਉਹ ਕਰਦਾ ਰਿਹਾ ਆ। ਅਤੇ ਕਹਿੰਦੇ ਜਿਹੜੇ ਬਹੁਤ ਸਾਰੇ ਕ੍ਰਿਟਿਕ ਉਹ ਕਹਿ ਰਹੇ ਆ ਵੀ ਦੇਖੋ ਉਹ ਇਸ ਕਰਕੇ ਜਿਹੜੇ ਜਰਮਨੀ ਵਾਲੇ ਕਹਿ ਰਹੇ ਆ ਵੀ ਇਹ ਬਹੁਤ ਜ਼ਿਆਦਾ ਰਾਈਟ ਵਿੰਗ ਜਿਹੜੀਆਂ ਗੱਲਾਂ ਆ ਉਹ ਕਰਦਾ ਆ, ਜਿਹੜਾ ਬਹੁਤ ਜ਼ਿਆਦਾ ਕੰਜ਼ਰਵੇਟਿਵ ਜਿਹੜੀਆਂ ਇਸ ਦੀਆਂ ਜਿਹੜੀਆਂ ਉਹ ਗੱਲਾਂ ਹੁੰਦੀਆਂ ਆ, ਜਿਹੜੀਆਂ ਉਹਨਾਂ ਦੇ ਹਿਸਾਬ ਦੇ ਨਾਲ ਹੁਣ ਠੀਕ ਨਹੀਂ ਆ। ਅਤੇ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਅਮਰੀਕਾ ਨਾਜ਼ੀਜ਼ ਦੇ ਖਿਲਾਫ ਜਿਹੜਾ ਜਰਮਨੀ 'ਚ ਜਾ ਕੇ ਲੜ ਰਿਹਾ ਸੀ, ਅਤੇ ਹੁਣ ਜਿਹੜੇ ਜਰਮਨੀ ਵਾਲੇ ਆ ਉਹ ਅਮਰੀਕਨ ਨੂੰ ਕਹਿ ਰਿਹਾ ਵੀ ਤੁਹਾਡਾ ਬੰਦਾ ਹੀ ਇੱਕ ਹਿਸਾਬ ਦੇ ਨਾਲ ਨਾਜ਼ੀ ਬਣਦਾ ਜਾ ਰਿਹਾ ਆ। ਸੋ ਇਹ ਠੀਕ ਗੱਲ ਨਹੀਂ ਹੈਗੀ, ਇਸ ਬੰਦੇ ਨੂੰ ਤੁਰੰਤ ਜਿਹੜਾ ਆ ਇੱਥੋਂ ਐਕਸਪੈਲ ਜਿਹੜਾ ਆ ਉਹ ਕੀਤਾ ਜਾਵੇ। ਪਿਛਲੇ ਸਾਲ ਹੀ ਜਿਹੜਾ ਆ ਰਿਚਰਡ ਆ ਉਸ ਨੇ ਉੱਥੇ US ਦੇ ਅੰਬੈਸਡਰ ਦੇ ਵਜੋਂ ਅਹੁਦਾ ਸਾਂਭਿਆ ਸੀਗਾ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜੇ ਐਮਾਜ਼ੋਨ ਆ ਉਸ ਨੂੰ ਪਿਛਲੇ ਸਾਲ $11.2 ਬਿਲੀਅਨ ਦਾ ਪ੍ਰੋਫਿਟ ਹੋਇਆ, ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਆ ਕਹਿੰਦੇ ਵੀ ਉਹ 0 ਟੈਕਸਸ ਪੇ ਕਰੇਗਾ। ਇਹ ਜਿਹੜਾ ਨਵਾਂ ਬਿੱਲ ਪਿਛਲੀ ਵਾਰੀ ਪਾਸ ਹੋਇਆ ਸੀ, ਜਿਹਦੇ ਵਿੱਚ ਟੈਕਸ ਬ੍ਰੇਕ ਜਿਹੜੀ ਆ ਕਾਰਪੋਰੇਟ ਟੈਕਸ ਦੇ ਲਈ 35% ਤੋਂ ਘਟਾ ਕੇ 21% ਕਰ ਦਿੱਤੀ ਗਈ ਸੀ। ਅੱਜ ਕੱਲ੍ਹ ਟੈਕਸ ਸੀਜ਼ਨ ਚੱਲ ਰਿਹਾ ਅਤੇ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਡਾਲਰ ਜਿਹੜੇ ਆ ਉਹ ਟੈਕਸ ਦੇ ਰਹੇ ਆ, ਅਤੇ ਐਮਾਜ਼ੋਨ ਵਰਗੀ ਕੰਪਨੀ ਜਿਹੜੀ ਆ ਇੰਨਾ ਪ੍ਰੋਫਿਟ ਹੋਣ ਦੇ ਬਾਵਜੂਦ ਵੀ ਕਹਿੰਦੇ $0 ਪੇ ਕਰੇਗੀ ਫੈਡਰਲ ਗੌਰਮੈਂਟ ਨੂੰ। ਅਤੇ ਇਕੱਲੀ ਐਮਾਜ਼ੋਨ ਨਹੀਂ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਇਸ ਕੈਟਾਗਰੀ 'ਚ ਆਉਂਦੀਆਂ ਹੈਗੀਆਂ। ਬਿਲਕੁਲ। ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਕਸ ਕੱਟ ਦਾ ਜਿਹੜਾ ਫਾਇਦਾ ਆ ਬਹੁਤੇ ਲੋਕਾਂ ਨੂੰ ਨਹੀਂ ਹੋ ਰਿਹਾ, ਕਈਆਂ ਦੇ ਜਿਹੜੇ ਆ ਪੱਲਿਓਂ ਜਿਹੜੇ ਆ ਉਹ ਕਾਫੀ ਜ਼ਿਆਦਾ ਜਾ ਰਹੇ ਆ। ਉਦੋਂ ਚਲਾਕੀ ਜਿਹੜੀ ਇਹ ਵਰਤੀ ਸੀ ਵੀ ਫੈਡਰਲ ਵਿਦ ਹੋਲਡਿੰਗ ਜਿਹੜੀਆਂ ਉਹ ਘਟਾ ਦਿੱਤੀਆਂ ਸੀਗੀਆਂ ਸ਼ੁਰੂ ਤਾਂ ਜੋ ਲੋਕਾਂ ਨੂੰ ਲੱਗੇ ਵੀ ਤੁਹਾਡੇ ਪੇ ਚੈੱਕ ਜਿਹੜੇ ਆ ਉਹ ਵੱਧ ਕੇ ਜਿਹੜੇ ਆ ਰਹੇ ਨੇ, ਪਰ ਹੁਣ ਇਨ ਦੀ ਐਂਡ ਜਦੋਂ ਟੈਕਸ ਉਹ ਭਰ ਰਹੇ ਨੇ ਤਾਂ ਕਹਿੰਦੇ ਉਹ ਅੱਛਾ ਉਦੋਂ ਵਿਦ ਹੋਲਡਿੰਗ ਘੱਟ ਹੋਈਆਂ ਸੀਗੀਆਂ। ਸੋ ਬਾਕੀ ਜਿਹੜੀਆਂ ਰਿਮੇਨਿੰਗ ਸੀ ਉਹ ਹੁਣ ਉਹਨਾਂ ਨੂੰ ਪੱਲਿਓਂ ਜਿਹੜੀਆਂ ਕਹਿੰਦੇ ਆ ਉਹ ਦੇਣੀਆਂ ਇਸ ਹਿਸਾਬ ਦੇ ਨਾਲ ਪੈ ਰਹੀਆਂ ਨੇ। ਸੋ ਲੈਟਸ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਕੀ ਹੁੰਦਾ ਆ, ਪਰ ਓਵਰਆਲ ਜਿਹੜਾ ਅਜੇ ਵੀ ਕਹਿ ਲਓ ਵੀ ਡੈਫਿਸਿਟ ਜਿਹੜਾ ਉਹ ਲਗਾਤਾਰ ਵੱਧ ਹੀ ਰਿਹਾ ਆ। ਅਤੇ ਹਰਜੋਤ ਸਿੰਘ ਜੀ, ਜੇ ਕਾਰਪੋਰੇਟ ਵਰਲਡ ਦੀ ਗੱਲ ਕਰਦੇ ਜਾਈਏ ਬਿਜ਼ਨਸ ਦੇ ਮਾਮਲੇ ਦੇ ਵਿੱਚ, ਤਾਂ ਕਾਫੀ ਵੱਡੀ ਡੀਲ ਜਿਹੜੀ ਆ ਉਸ ਨੂੰ ਹਰੀ ਝੰਡੀ ਜਿਹੜੀ ਉਹ ਮਿਲ ਚੁੱਕੀ ਹੋਈ ਆ। ਡਿਜ਼ਨੀ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਖਾਸ ਕਰਕੇ ਡਿਜ਼ਨੀ ਨੇ ਜਿਹੜਾ ਆ ਉਹ 21st ਸੈਂਚੁਰੀ ਫੌਕਸ ਆ ਉਸ ਨੂੰ ਜਿਹੜੇ ਆ ਉਸ ਦੇ ਨਾਲ ਜਿਹੜੀ ਡੀਲ ਆ ਉਸ ਨੂੰ ਸੀਲ ਕਰ ਲਿਆ ਆ। $71 ਬਿਲੀਅਨ ਦੇ ਵਿੱਚ ਡਿਜ਼ਨੀ ਨੇ 21st ਸੈਂਚੁਰੀ ਫੌਕਸ ਨੂੰ ਜਿਹੜਾ ਆ ਉਹ ਖਰੀਦ ਲਿਆ ਹੈਗਾ ਆ। ਸੋ ਨੈਟਫਲਿਕਸ ਨੂੰ ਕਹਿੰਦੇ ਆ ਵੀ ਹੁਣ ਇਹ ਟੱਕਰ ਜਿਹੜੀ ਉਹ ਦੇ ਸਕਦੇ ਆ। ਇਹ ਹਰਜੋਤ ਸਿੰਘ ਜੀ ਐਡੀ ਕੁ ਵੱਡੀ ਜਿਹੜੀ ਡੀਲ ਸੀ, ਇਸ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਅਤੇ ਇਸ ਦੇ ਨਾਲ ਹੋਰ ਮੁਲਕਾਂ ਦੇ ਕਈ ਜਿਹੜੇ ਬੋਰਡ ਸੀਗੇ, ਕਈ ਜਿਹੜੇ ਕਮਿਸ਼ਨ ਸੀਗੇ, ਉਹਨਾਂ ਨੂੰ ਜਿਹੜੇ ਆ ਹਰੀ ਝੰਡੀ ਦੇਣ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਜਿਹੜਾ ਮਿਲਿਆ ਆ। ਸੋ ਇਸ ਹਿਸਾਬ ਦੇ ਨਾਲ ਡਿਜ਼ਨੀ ਕਹਿੰਦੇ ਆ ਫੌਕਸ ਫਿਲਮ, TV ਸਟੂਡੀਓਜ਼, FX ਨੈਟਵਰਕ, ਨੈਸ਼ਨਲ ਜੀਓਗ੍ਰਾਫਿਕ, ਸਟਾਰ ਇੰਡੀਆ, ਇਹਨਾਂ ਸਾਰਿਆਂ ਨੂੰ ਜਿਹੜਾ ਆ ਆਪਣੇ ਅਧੀਨ ਜਿਹੜਾ ਉਹ ਕਰ ਲਊਗੀ। ਅਤੇ ਜਲਦ ਹੀ ਕਹਿੰਦੇ ਆ ਉਹ ਆਪਣੀ ਇੱਕ ਸਟਰੀਮਿੰਗ ਸਰਵਿਸ ਡਿਜ਼ਨੀ ਪਲੱਸ ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਆ ਨੈਟਫਲਿਕਸ ਨੂੰ ਜਿਹੜਾ ਆ ਉਹ ਚੈਲੰਜ ਕਰਨ ਦੇ ਲਈ। ਅਤੇ ਕਹਿੰਦੇ ਹੁਲੂ ਨੂੰ ਵੀ ਜਲਦ ਹੀ ਜਿਹੜਾ ਆ ਉਹ ਅਕਵਾਇਰ ਕਰਨ ਦੇ ਲਈ ਜਾਂ ਉਹਨਾਂ ਨੂੰ ਨਾਲ ਜੋੜਨ ਦੇ ਵਿੱਚ ਇਸ ਟਾਈਮ ਲੱਗੇ ਹੋਏ ਆ। ਡਿਜ਼ਨੀ ਦੇ ਕੋਲ ਇਸ ਟਾਈਮ ਜੇ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀਏ, ਮਾਰਵਲ ਵਾਲੇ ਵੀ, ਸਟਾਰ ਵਾਰਸ ਵਾਲੇ ਵੀ, ਅਤੇ ਹੋਰ ਜਿਹੜੇ ਆ ਕਈ ਫਰੈਂਚਾਈਜ਼ਿਸ ਜਿਹੜੇ ਆ ਉਹਨਾਂ ਦੇ ਅੰਡਰ ਜਿਹੜੀਆਂ ਉਹ ਆ ਚੁੱਕੀਆਂ ਹੋਈਆਂ ਆ। ਇਸ ਟਾਈਮ ਬਹੁਤ ਵੱਡਾ ਜਿਹੜਾ ਉਹ ਇੱਕ ਕਹਿ ਲਓ ਵੀ ਉਹਨਾਂ ਨੇ ਆਪਣਾ ਕਬਜ਼ਾ ਐਂਟਰਟੇਨਮੈਂਟ ਇੰਡਸਟਰੀ ਦੇ ਉੱਤੇ ਕਰਕੇ
ਰੱਖਿਆ ਹੋਇਆ, ਲਗਾਤਾਰ ਹੋਰ ਜਿਹੜੇ ਫਰੈਂਚਾਈਜ਼ ਆ ਉਹਨਾਂ ਨੂੰ ਖਰੀਦ ਰਹੇ ਨੇ। ਸਟੇਟ ਆਫ ਡੈਲਾਵੇਅਰ ਨੇ April 2019 ਨੂੰ ਸਿੱਖ ਅਵੇਅਰਨੈਸ ਐਂਡ ਐਪਰੀਸ਼ੀਏਸ਼ਨ ਮੰਥ ਡਿਕਲੇਅਰ ਕਰ ਦਿੱਤਾ ਆ। ਇਹ ਉੱਥੇ ਦੇ ਗਵਰਨਰ ਜਿਹੜੇ ਜੌਨ ਕਾਰਨੀ ਆ, ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਰਾਹੀਂ ਪ੍ਰੋਕਲੇਮੇਸ਼ਨ ਜਿਹੜਾ ਇਸ਼ੂ ਕਰਕੇ ਡੈਲਾਵੇਅਰ ਸਿੱਖ ਅਵੇਅਰਨੈਸ ਐਂਡ ਐਪਰੀਸ਼ੀਏਸ਼ਨ ਮੰਥ ਜਿਹੜਾ ਡਿਕਲੇਅਰ ਕੀਤਾ ਆ। ਸੋ ਵਧੀਆ ਗੱਲ ਆ। USA ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਹਿਰ ਆ, ਬਹੁਤ ਸਾਰੀਆਂ ਸਟੇਟਾਂ ਆ, ਉਹਨਾਂ ਨੇ ਕੋਈ ਨਾ ਕੋਈ ਮੰਥ ਜਿਹੜਾ ਸਿੱਖ ਐਪਰੀਸ਼ੀਏਸ਼ਨ ਮੰਥ ਰੱਖਿਆ ਆ। ਕੈਲੀਫੋਰਨੀਆ 'ਚ ਸਿੱਖ ਜੈਨੋਸਾਈਡ ਵਾਲਾ ਜਿਹੜਾ ਨਵੰਬਰ ਮੰਥ ਹੈਗਾ ਆ। ਸੋ ਜਿੱਥੇ ਜਿੱਥੇ ਵੀ ਆਪਣੇ ਸਿੱਖ ਰਹਿੰਦੇ ਆ, ਜ਼ਰੂਰ ਆਪਣੇ ਲੋਕਲ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਕੋਈ ਨਾ ਕੋਈ ਜਿਹੜਾ ਸਿੱਖਾਂ ਨਾਲ ਰਿਲੇਟਡ ਜਿਹੜਾ ਮੰਥ ਆ ਉਹ ਜ਼ਰੂਰ ਡਿਸਕਸ ਕਰਨਾ ਚਾਹੀਦਾ, ਤਾਂ ਕਿ ਜਿਹੜੀ ਅਵੇਅਰਨੈਸ ਹੋ ਸਕੇ। ਸਾਰਿਆਂ ਨੂੰ ਪਤਾ ਹੀ ਆ ਵੀ 9/11 ਤੋਂ ਬਾਅਦ ਸਿੱਖਾਂ ਦੇ ਉੱਤੇ ਕਿੰਨੇ ਜ਼ਿਆਦਾ ਜਿਹੜੇ ਆ ਹਮਲੇ ਹੋਏ ਹੈਗੇ ਆ ਜੀ। ਤੇ ਜੈਸ ਹਿਲੇਰੀਅਸ ਵਰਗੀ ਜਿਹੜੀ ਘਟਨਾ ਆ ਫਿਰ ਉਹ ਬਾਅਦ ਦੇ ਵਿੱਚ ਘੱਟ ਹੋਣ, ਸੋ ਤਾਂ ਜੋ ਲੋਕਾਂ ਨੂੰ ਪਹਿਲਾਂ ਹੀ ਜਿਹੜਾ ਸਿੱਖਾਂ ਦੇ ਬਾਰੇ ਜਿਹੜਾ ਉਹ ਪਤਾ ਵੀ ਹੋਵੇ। ਵੈਸੇ ਵੀ ਇਹਨਾਂ ਨੇ ਕੇਸ ਉਹ ਤਾਂ ਬਹੁਤ ਹੀ ਉਸ ਦੀ ਮੰਦਭਾਗੀ ਜਿਹੜੀ ਉਹ ਗੱਲ ਸੀ, ਅਤੇ ਕੱਲ੍ਹ ਨੂੰ ਉਹਨੇ ਜਿਹੜੀ ਮਾਫੀ ਵੀ ਉੱਦਾਂ ਦੁਬਾਰਾ ਜਿਹੜਾ ਉਹ ਮੰਗ ਲਈ ਸੀ। ਅਤੇ ਉੱਦਾਂ ਓਵਰਆਲ ਜਿਹੜੀ ਮੈਂ ਦੇਖੋ ਸਿੱਖਾਂ ਦੀ ਜਿਹੜੀ ਇੱਕ ਗੱਲ ਆ ਜਿਹੜੀ ਬਹੁਤ ਚੰਗੀ ਆ, ਉਸਨੇ ਮਾਫੀ ਮੰਗੀ ਆ। ਬਹੁਤਿਆਂ ਨੇ ਜਿਹੜਾ ਆ ਉਸ ਨੂੰ ਜਿਹੜਾ ਕਬੂਲ ਲਿਆ ਵੀ ਹਾਂ ਚੱਲ ਐਟਲੀਸਟ ਇਸਨੇ ਜਿਹੜੀ ਅਕਲ ਨੂੰ ਹੱਥ ਜਿਹੜਾ ਉਹ ਮਾਰਿਆ ਆ, ਨਹੀਂ ਤਾਂ ਕਈ ਲੋਕ ਜਿਹੜਾ ਹਮੇਸ਼ਾ ਹੀ ਉਹ ਗੁੱਸੇ ਦੇ ਵਿੱਚ ਹੀ ਜਿਹੜੇ ਉਹ ਰਹਿ ਜਾਂਦੇ ਨੇ। ਅਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮਿਲਦੇ ਹਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਸਭ ਨੂੰ ਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। Studios presents Dharma Productions। बहादुरी और पागलपन में बहुत कम फर्क होता है। Starring अक्षय कुमार। 21 से लड़ने के लिए 10,000 लेके आए हो और बहादुरी की बात करते हो। This Dharma Productions। बहादुरी और पागलपन में बहुत कम फर्क होता है। Starring अक्षय कुमार। 21 से लड़ने के लिए 10,000 लेके आए हो और